ਤੁਸੀਂ ਦੇਖ ਰਹੇ ਹੋ ਇਸ ਵਕਤ ਫਲੋਰ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਲਖੀਮਪੁਰ ਖੀਰੀ ਦੀ ਘਟਨਾ ਨਾਲ ਸੰਬੰਧਿਤ ਜੋ ਕਿਸਾਨ ਸ਼ਹੀਦ ਹੋ ਗਏ ਸਨ ਉਹਨਾਂ ਦੀਆਂ ਅਸਥੀਆਂ ਅੱਜ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਅਸਥੀਆਂ ਦੇ ਇਹ ਕਲਸ਼ ਲੈ ਕੇ ਵੱਖ-ਵੱਖ ਜਥੇਬੰਦੀਆਂ ਉਹਨਾਂ ਸਥਾਨਾਂ ਤੇ ਜਾ ਰਹੀਆਂ ਜਿੱਥੇ ਕਿ ਅਸੀਂ ਧਾਰਮਿਕ ਤੌਰ ਤੇ ਆਪਣੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਾਂ। ਭਾਵੇਂ ਕਿ ਉਹ ਅੱਜ ਕੀਰਤਪੁਰ ਸਾਹਿਬ ਪਤਾਲਪੁਰੀ ਵਿਖੇ ਅੱਜ ਦਾ ਪ੍ਰੋਗਰਾਮ ਜਿਹੜਾ ਇਸ ਦੁਆਬੇ ਦੀ ਧਰਤੀ ਤੋਂ ਕੱਲ੍ਹ ਦਾ ਚੱਲਿਆ ਹੋਇਆ ਟਾਂਡਾ ਦਸੂਹਾ ਮਕੇਰੀਆਂ ਹੁੰਦਾ ਹੋਇਆ ਜਲੰਧਰ ਕੱਲ੍ਹ ਸ਼ਾਮ ਤੱਕ ਪਹੁੰਚਦਾ ਤੇ ਕੱਲ੍ਹ ਸ਼ਾਮ ਤੋਂ ਬਾਅਦ ਅੱਜ ਫਲੋਰ ਤੋਂ ਇਹ ਸਾਰਾ ਕਿਸਾਨਾਂ ਦਾ ਜਥਾ ਅੱਜ ਲਖੀਮਪੁਰ ਖੀਰੀ ਦੀਆਂ ਜੋ ਅਸਥੀਆਂ ਸ਼ਹੀਦਾਂ ਦੀਆਂ ਆਈਆਂ ਉਹਨਾਂ ਨੂੰ ਲੈ ਕੇ ਇਸ ਵਕਤ ਕੀਰਤਪੁਰ ਸਾਹਿਬ ਜਾਣ ਲਈ ਤਿਆਰ ਖੜਾ ਹੈ। ਤੁਸੀਂ ਦੇਖੋ ਦ੍ਰਿਸ਼ ਇਸ ਵੇਲੇ ਦੁਆਬਾ ਕਿਸਾਨ ਯੂਨੀਅਨ ਤੇ ਬਾਕੀ ਜਥੇਬੰਦੀਆਂ ਜੋ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੰਮ ਕਰਦੀਆਂ ਆ ਉਹ ਸਾਰੀਆਂ ਜਥੇਬੰਦੀਆਂ ਇਸ ਵਕਤ ਪਹੁੰਚ ਗਈਆਂ ਤੇ ਇਸ ਵੇਲੇ ਕਹਿ ਸਕਦੇ ਹਾਂ ਕਿ ਬਾਰਿਸ਼ ਦਾ ਮੌਸਮ ਹੋਣ ਕਾਰਨ ਥੋੜਾ ਸਮੇਂ ਤੋਂ ਲੱਗਦਾ ਕਿ 10 ਵਜੇ ਦੇ ਹਿਸਾਬ ਨਾਲ ਲੇਟ ਹੋ ਜਾਣ, ਪਰ ਇਸ ਵੇਲੇ ਵੀ ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂ ਤੇ ਕਿਸਾਨ ਵਰਕਰ ਜਿਹੜੇ ਆ ਉਹ ਪਹੁੰਚ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਰਤਪੁਰ ਸਾਹਿਬ ਨੂੰ ਚਾਲੇ ਪਾਏ ਜਾ ਸਕਣ। ਤੁਸੀਂ ਦੇਖ ਰਹੇ ਕਿ ਇਸ ਵਕਤ ਫਲੋਰ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨ ਜਥੇਬੰਦੀਆਂ ਉਹਨਾਂ ਸ਼ਹੀਦਾਂ ਦੀਆਂ ਅਸਥੀਆਂ ਲੈ ਕੇ ਪਹੁੰਚ ਚੁੱਕੀਆਂ ਕਿ ਇੱਕ ਯਾਤਰਾ ਆ ਪੂਰੇ ਪੰਜਾਬ ਵਿੱਚ ਪੂਰੇ 3 ਪੜਾਵਾਂ ਦੇ ਵਿੱਚ ਕੱਢੀ ਜਾ ਰਹੀ ਆ। ਜਿਹੜਾ ਦੁਆਬਾ ਦੇ ਨਾਲ ਖੇਤਰ ਜੁੜਦਾ ਆ ਤੇ ਇਸ ਖੇਤਰ ਦੇ ਵਿੱਚੋਂ ਕੱਲ ਮਾਲਪੁਰ ਟਾਂਡਾ ਹੁੰਦੇ ਹੋਏ ਜਿਸ ਤਰ੍ਹਾਂ ਜਲੰਧਰ ਤੱਕ ਅਸਥੀਆਂ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚ ਗਏ ਤਾਂ ਹੁਣ ਫਲੋਰ ਤੋਂ ਚਾਲੇ ਪਾਉਣਗੇ ਬਾਇਆ ਫਗਵਾੜਾ ਬਲਾਚੌਰ ਸ਼ਹੀਦ ਭਗਤ ਸਿੰਘ ਦੇ ਨਗਰ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ 4 ਵਜੇ ਪਹੁੰਚਣਾ। ਸਾਡੇ ਨਾਲ ਮਨਜੀਤ ਸਿੰਘ ਜੀ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਜੁੜ ਚੁੱਕੇ, ਉਹਨਾਂ ਨਾਲ ਕਰਦੇ ਆ ਰਾਏ ਸਾਹਿਬ। ਲਖੀਮਪੁਰ ਖੀਰੀ ਦੀ ਘਟਨਾ ਤੁਸੀਂ ਵੀ ਉੱਥੇ ਪਰਿਵਾਰਾਂ ਨੂੰ ਮਿਲ ਕੇ ਆਏ ਹੋ, ਇਹ ਜਿਹੜਾ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਆ ਕਿ ਉਹਨਾਂ ਸ਼ਹੀਦਾਂ ਦੀ ਜਿਹੜੀ ਯਾਦ ਆ ਉਹਨਾਂ ਸ਼ਹੀਦਾਂ ਦੇ ਪਰਿਵਾਰ ਜਿਹੜੇ ਆ ਉਹ ਇਹ ਮਹਿਸੂਸ ਨਾ ਕਰਨ ਕਿ ਅਸੀਂ ਅੰਦੋਲਨ ਵਿੱਚ ਜੀ ਆਪਣੇ ਪੁੱਤ ਗਵਾਏ ਆ ਤੇ ਸਾਡੇ ਨਾਲ ਕੋਈ ਖੜਾ ਨਹੀਂ ਹੋਇਆ। ਤੁਹਾਡਾ ਉੱਥੇ ਵੀ ਬੜਾ ਵੱਡਾ ਯੋਗਦਾਨ ਰਿਹਾ, ਪ੍ਰੋਗਰਾਮ ਹੋਇਆ। ਇਹ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਅਸਥੀਆਂ ਦੀ ਯਾਤਰਾ ਕਹਿ ਦਈਏ ਕਲਸ਼ ਯਾਤਰਾ ਆ, ਇਹ ਕਿੱਦਾਂ ਦਾ ਅਸਰ ਛੱਡੇਗੀ? ਇਹ ਦੇਖੋ ਇੱਕ ਤਰ੍ਹਾਂ ਦੀ ਜਾਗਰਤੀ ਯਾਤਰਾ ਵੀ ਹੈ ਔਰ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਹੈ। ਸੋ ਇਹ ਸਾਰੀਆਂ ਸਾਡੀਆਂ ਜਿਹੜੀਆਂ ਸਮੂਹ ਜਥੇਬੰਦੀਆਂ ਦੁਆਬੇ ਦੀਆਂ ਉਹ ਸਾਰੀਆਂ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਸੰਯੁਕਤ ਮੋਰਚੇ ਦੀ ਕਾਲ ਦੇ ਅਨੁਸਾਰ ਹੀ ਇਹ ਜਿਹੜੀ ਕਲਸ਼ ਯਾਤਰਾ ਸ਼ੁਰੂ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੀ ਹੈ ਔਰ ਇਹ ਪੂਰੇ ਭਾਰਤ ਦੇ ਵਿੱਚ ਚੱਲ ਰਹੀ ਹੈ। 24 ਤਰੀਕ ਸਾਰਿਆਂ ਨੂੰ ਦਿੱਤੀ ਹੋਈ ਹੈ ਕਿ 24 ਤਰੀਕ ਨੂੰ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਸਥੀਆਂ ਪੂਰੇ ਭਾਰਤ ਦੇ ਵਿੱਚ ਔਰ ਉਹ ਪੰਜਾਬ ਦਾ ਅਸੀਂ ਜਿਹੜਾ ਟਾਈਮ ਰੱਖਿਆ ਉਹ 4 ਵਜੇ ਦਾ ਰੱਖਿਆ ਹੋਇਆ ਕਿ ਪੰਜਾਬ ਦੇ ਵਿੱਚ 4 ਵਜੇ ਹੁਸੈਨੀਵਾਲਾ ਗੋਇੰਦਵਾਲ ਸਾਹਿਬ ਔਰ ਖਾਸ ਕਰ ਅਸੀਂ ਦੁਆਬੇ ਵਾਲੇ ਜਿਹੜੇ ਅਸੀਂ ਹੁਣ ਕੀਰਤਪੁਰ ਸਾਹਿਬ ਪਹੁੰਚਾਂਗੇ ਸੋ 4 ਵਜੇ ਇਹ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਸੋ ਉਹਦੇ ਏਵਜ ਦੇ ਵਿੱਚ ਵੀ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਜਾਗਰਤੀ ਲਿਆਉਣ ਵਾਸਤੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਬੀਜੇਪੀ ਹੈ ਇੰਨਾ ਤਸ਼ੱਦਦ ਕਰ ਰਹੀ ਹੈ, ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਰਹੀ ਹੈ ਔਰ ਆਮ ਲੋਕਾਂ ਦੇ ਹੱਕ ਲੈ ਰਹੀ ਹੈ, ਖੋ ਰਹੀ ਹੈ। ਸੋ ਇਸ ਕਰਕੇ ਇੱਕ ਤਰ੍ਹਾਂ ਦੀ ਇਹ ਜਾਗਰਤੀ ਯਾਤਰਾ ਔਰ ਇੱਕ ਤਰ੍ਹਾਂ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਯਾਤਰਾ ਜਿਹੜੀ ਇਹ ਚੱਲ ਰਹੀ ਹੈ। ਰਾਏ ਸਾਹਿਬ ਤਕੁਨੀਆਂ ਦੇ ਵਿੱਚ ਜਿੱਦਣ ਅੰਤਮ ਅਰਦਾਸ ਸੀ ਤੁਸੀਂ ਵੀ ਹਾਜ਼ਰ ਸੀ, ਅਸੀਂ ਵੀ ਉੱਥੇ ਹਾਜ਼ਰ ਸੀ। ਜਿੱਦਾਂ ਦਾ ਇਕੱਠ ਹੋਇਆ, ਜਿੱਦਾਂ ਦਾ ਉੱਥੇ ਦਬਾਅ ਬਣ ਗਿਆ ਸਰਕਾਰ ਤੇ ਵੀ, ਉਸ ਦਿਨ ਤੱਕ ਮੁੰਡਾ ਉਹਦਾ ਗ੍ਰਿਫਤਾਰ ਹੋ ਗਿਆ ਸੀ ਪਰ ਮੰਤਰੀ ਨੇ ਅਸਤੀਫਾ ਨਹੀਂ ਸੀ ਦਿੱਤਾ। 18 ਤਰੀਕ ਨੂੰ ਤੁਹਾਡੀ ਬੰਦੀ ਕਾਲ ਦਿੱਤੀ ਗਈ ਹੈ। ਸੰਯੁਕਤ ਮੋਰਚੇ ਨੇ ਸਰਕਾਰ ਦੇ ਇੱਕ ਤਰ੍ਹਾਂ ਦਾ ਗਲ ਨੂੰ ਹੱਥ ਪਾ ਲਿਆ ਸੀ ਪਰ ਉਸ ਦਿਨ ਆਉਂਦੇ ਇੱਕ ਦਿਨ ਹੀ ਪਹਿਲਾਂ ਸਿੰਘੂ ਬਾਰਡਰ ਤੇ ਇਦਾਂ ਦੀ ਘਟਨਾ ਵਾਪਰਦੀ ਵੀ ਉਹ ਘਟਨਾ ਨੇ ਪੂਰਾ ਜਿਹੜਾ ਤੁਹਾਡਾ ਪ੍ਰੈਸ਼ਰ ਬਣਿਆ ਸੀ, ਦਬਾਅ ਬਣਿਆ ਸੀ, ਉਹ ਲੋਕਾਂ ਦਾ ਧਿਆਨ ਹੀ ਕਿਸੇ ਹੋਰ ਪਾਸੇ ਖਿੱਚ ਦਿੱਤਾ। ਇਦਾਂ ਦੀਆਂ ਘਟਨਾਵਾਂ ਨੂੰ ਕਿੱਦਾਂ ਦੇਖਦੇ ਤੁਸੀਂ? ਦੇਖੋ ਉਹਦੀ ਜਾਂਚ ਹੋਏਗੀ, ਪਤਾ ਚੱਲ ਜਾਏਗਾ। ਉਹਦੀ ਜਾਂਚ ਹੋਣੀ ਚਾਹੀਦੀ ਆ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ। ਉਹਦੇ ਬਾਰੇ ਜ਼ਿਆਦਾ ਆਪਾਂ ਉਹਨਾਂ ਚਿਰ ਨਹੀਂ ਗੱਲ ਕਰਾਂਗੇ ਜਿੰਨਾ ਚਿਰ ਉਹਦੀ ਜਾਂਚ ਖੁੱਲ੍ਹ ਕੇ ਨਹੀਂ ਆਉਂਦੀ। ਸੋ ਜਾਂਚ ਹੋ ਜਾਵੇ ਉਹਦੇ। ਮੈਂ ਤਾਂ ਇਹ ਕਹੂੰਗਾ ਸਾਰੇ ਪੰਜਾਬ ਵਾਸੀਆਂ ਨੂੰ ਆਪਾਂ ਹੁਣ ਏਕਤਾ ਵਿਖਾਈਏ, ਇੱਕ ਦੂਜੇ ਤੇ ਕੋਈ ਕਿੰਤੂ ਪਰੰਤੂ ਨਾ ਕਰੀਏ
ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ, ਚਾਹੇ ਕਿਸਾਨ ਜਥੇਬੰਦੀਆਂ, ਏਕਤਾ 'ਚ ਆ ਕੇ ਆਪਾਂ ਅੰਦੋਲਨ ਨੂੰ ਸਿਰੇ ਲਾਈਏ, ਜਿੱਤ ਵੱਲ ਵਧੀਏ। ਇਦਾਂ ਦੀਆਂ ਘਟਨਾਵਾਂ ਦਾ ਜਿਹੜਾ ਅਸਰ ਤਾਂ ਪੈਂਦਾ ਅੰਦੋਲਨ ਤੇ? ਦੇਖੋ ਅਸਰ ਤੇ ਹੁੰਦੇ ਰਹਿੰਦੇ ਆ, ਪਰ ਕੋਈ ਗੱਲ ਨਹੀਂ ਐਡੀ। ਅੰਦੋਲਨ ਦੇ ਵਿੱਚ ਬਹੁਤ ਵਾਰੀ ਉਤਾਰ ਚੜਾਅ ਆਏ ਨੇ, ਇਹ ਹਿੱਸਾ ਨੇ ਅੰਦੋਲਨ ਦਾ, ਕੋਈ ਐਡੀ ਗੱਲ ਨਹੀਂ। ਵਾਹਿਗੁਰੂ ਕਿਰਪਾ ਕਰੂ, ਫਿਰ ਅੰਦੋਲਨ ਚੜ੍ਹਦੀ ਚਲਾਂਗੇ। 26 ਤਰੀਕ ਨੂੰ ਸਾਰਿਆਂ ਨੇ ਪਲਾਨ ਕੀਤਾ, ਬੱਤੀਆਂ ਨੇ ਪੰਜਾਬ ਦਿਆਂ ਨੇ, ਕਿ 26 ਤਰੀਕ ਨੂੰ ਕਾਫਲੇ ਲੈ ਕੇ ਅਸੀਂ ਦਿੱਲੀ ਪਹੁੰਚਣਾ ਹੈ। ਸੋ ਮੈਂ ਤਾਂ ਜਿੰਨੇ ਕਿਸਾਨ ਵੀਰ ਸੁਣਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਕਹਾਂਗਾ, ਬੇਨਤੀ ਕਰਾਂਗਾ ਕਿ 26 ਤਰੀਕ ਨੂੰ ਕਾਫਲਿਆਂ ਦੇ ਰੂਪ ਦੇ ਵਿੱਚ ਦਿੱਲੀ ਵੱਲ ਵਧੋ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਜਿੰਨੀਆਂ 26 ਆਉਣਗੀਆਂ, ਹਰ 26 ਤੇ ਪੰਜਾਬ ਤੋਂ ਕਾਫਲੇ ਲੈ ਕੇ ਆਉਣਗੇ, ਇਹ ਸੰਖਿਆ ਵਧਾਉਣਗੇ। ਸੰਯੁਕਤ ਮੋਰਚਾ ਕੋਈ ਵੱਡਾ ਫੈਸਲਾ ਲੈ ਰਿਹਾ, ਕੋਈ ਭਾਰਤ ਪੱਧਰ ਦਾ ਵੀ ਸਰਕਾਰ ਦੇ ਉੱਤੇ ਦਬਾਅ ਪਵੇ, ਮੰਤਰੀ ਅਸਤੀਫਾ ਦੇਵੇ? ਦੇਖੋ ਉਹ ਅੱਗੇ ਸਾਡੀ 18 ਤਰੀਕ ਦੀ ਕਾਲ ਸੀਗੀ ਆਲਰੇਡੀ, ਔਰ ਉਸ ਦੇ ਬਾਅਦ ਵਿੱਚ ਆ ਘਟਨਾ ਹੋ ਗਈ। ਹੁਣ ਅਸੀਂ ਅਗਲੀ ਮੀਟਿੰਗ ਕਰਕੇ ਸੰਯੋਗ ਦੀ ਕੋਈ ਵੱਡੀ ਕਾਲ ਦੇਵਾਂਗੇ, ਜਿਹਦੇ ਨਾਲ ਉਹਦਾ ਅਸਤੀਫਾ ਵੀ ਲਿਆ ਜਾਵੇ ਔਰ ਉਹਨੂੰ ਚੱਕ ਕੇ 120 ਦੇ ਵਿੱਚ ਅੰਦਰ ਵੀ ਦਿੱਤਾ ਜਾਵੇ, ਅਜੇ ਮਿਸ਼ਰਾ ਟਹਿਣੀ ਨੂੰ। ਜੋਗਿੰਦਰ ਯਾਦਵ ਨੂੰ ਸਸਪੈਂਡ ਕੀਤਾ ਗਿਆ ਆ, ਕੀ ਦੇਖਦੇ ਆ ਕਿ ਸੰਯੁਕਤ ਮੋਰਚੇ ਨੇ ਸਹੀ ਫੈਸਲਾ ਕੀਤਾ? ਦੇਖੋ ਇਹ ਸਮੇਂ-ਸਮੇਂ ਸਿਰ ਸੰਯੁਕਤ ਮੋਰਚਾ ਫੈਸਲਾ ਲੈਂਦਾ। ਮੈਂ ਬਹੁਤ ਵਾਰ ਕਿਹਾ ਇਹ 'ਚ ਕੋਈ ਲੀਡਰ ਵੱਡਾ ਨਹੀਂ, ਸੰਯੁਕਤ ਮੋਰਚਾ ਵੱਡਾ ਹੈ। ਤਾਂ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਉਹ ਸਾਰਿਆਂ ਨੂੰ ਮੰਨਣਯੋਗ ਹੁੰਦਾ। ਸੋ ਉਹਨਾਂ ਨੇ ਵੀ ਮੰਨਿਆ, ਜੋਗਿੰਦਰ ਯਾਦਵ ਨੇ ਵੀ ਮੰਨਿਆ। ਸੋ ਇਹ ਜਿਹੜਾ ਵੀ ਕੋਈ ਸੰਯੁਕਤ ਮੋਰਚੇ ਨੂੰ ਲੱਗਦਾ ਹੈ ਕਿ ਕੋਈ ਆਪ ਮੁਹਾਰੇ ਕੋਈ ਕੰਮ ਕਰੇ, ਬਿਨਾਂ ਸਲਾਹ ਮਸ਼ਵਰੇ ਤੋਂ ਕਰੇ, ਉਹ 'ਤੇ ਕਾਰਵਾਈ ਹੁੰਦੀ, ਉਹ ਮੈਂ ਕਿਉਂ ਨਾ ਹੋਵਾਂ। ਸੋ ਸਾਰਿਆਂ 'ਤੇ ਇਹ ਕਾਰਵਾਈ ਬਣਦੀ ਹੈ। ਸੋ ਉਹ ਜਿਹੜੀ ਕਾਰਵਾਈ ਸੰਯੁਕਤ ਮੋਰਚੇ ਨੇ ਕੀਤੀ ਹੈ, ਉਹ ਸੰਯੁਕਤ ਮੋਰਚਾ ਹੈ ਉੱਤੇ ਅਗਲਾ ਫੈਸਲਾ ਲਏਗਾ। ਸੋ ਉਹਦਾ ਫੈਸਲਾ ਜਿਹੜਾ ਉਹ ਸਾਰਿਆਂ ਨੂੰ ਮੰਨਣਯੋਗ ਹੋਏਗਾ। ਧੰਨਵਾਦ ਜੀ। ਧੰਨਵਾਦ। ਇਹ ਸਨ ਮਨਜੀਤ ਸਿੰਘ ਜੀ ਰਾਏ। ਸਾਡੇ ਨਾਲ ਬਲਵੀਰ ਸਿੰਘ ਪੁਆਧਰਾ ਤੇ ਸਰਦਾਰ ਮੱਘਰ ਸਿੰਘ ਪੁਆੜਾ, ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਲਗਭਗ 10-11 ਮਹੀਨੇ ਤੋਂ ਆਪਣਾ ਰੋਲ ਅਦਾ ਕਰ ਰਹੇ ਨੇ, ਆਪਣੀਆਂ ਸੇਵਾਵਾਂ ਦੇ ਰਹੇ ਨੇ। ਕੋਈ ਇਦਾਂ ਦੇ ਸਮੇਂ ਵੀ ਆਏ ਵੀ ਜਦੋਂ ਤੰਬੂ ਦੇ ਵਿੱਚ ਇਕੱਲੇ-ਇਕੱਲੇ, ਇੱਕ-ਇੱਕ, ਦੋ-ਦੋ ਜਾਣੇ ਬੈਠ ਕੇ ਵੀ ਮੋਰਚੇ ਦੀ ਲੜੀ ਨਹੀਂ ਟੁੱਟਣ ਦਿੱਤੀ। ਪੁਆੜਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਨੂੰ ਹੁਣ ਮਤਲਬ ਕਣਕ ਝੋਨੇ ਦਾ ਜਿਹੜਾ ਹੈਗਾ ਆ ਵਢਾਈ ਦਾ ਤੇ ਕਣਕ ਬਿਜਾਈ ਦਾ ਸੀਜ਼ਨ, ਇਹ ਸੀਜ਼ਨ ਦੌਰਾਨ ਕੋਈ ਦਿੱਕਤ ਆਊਗੀ ਕਿ ਨੌਜਵਾਨ ਪੁੱਜਣਗੇ? ਵੈਸੇ ਤਾਂ 1 ਸਾਲ ਤੋਂ ਲਗਾਤਾਰ ਆਪਾਂ ਦੇਖਦੇ ਹਾਂ ਕਿ ਕਿਸਾਨਾਂ ਦੇ ਵਿੱਚ ਬਹੁਤ ਸਾਰੇ ਜਜ਼ਬਾਤ ਵੀ ਆ, ਰੋਸ ਵੀ ਆ। ਇਸ ਲਈ ਉਹ ਕੰਮਕਾਰ ਵੀ ਚੱਲਣੇ ਆ ਔਰ ਚਲਾਉਣੇ ਆ, ਤੇ ਇਹ ਜਿਹੜਾ ਮੋਰਚਾ ਇਹ ਵੀ ਸੰਭਾਲਣਾ ਆ। ਸੋ ਮੈਨੂੰ ਲੱਗਦਾ ਆ ਕਿ ਨੌਜਵਾਨ ਵੀਰ ਜਾਣਗੇ, ਔਰ ਮੈਂ ਇਸ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਕਿ ਸਾਰੇ ਹੀ ਲੋਕਾਂ ਨੂੰ ਆਪਣੇ ਨਿੱਕੇ ਮੋਟੇ ਗਿਲੇ ਸ਼ਿਕਵੇ ਛੱਡ ਕੇ ਜਾਂ ਕਈ ਗੱਲਾਂ ਬਾਤਾਂ ਛੱਡ ਕੇ ਸੰਯੁਕਤ ਮੋਰਚੇ ਦਾ ਸਾਥ ਦੇਣਾ ਚਾਹੀਦਾ, ਔਰ ਆਪਾਂ ਨੂੰ ਜਿੱਤ ਵੱਲ ਵਧਣਾ ਚਾਹੀਦਾ। ਤੇ 26 ਤਰੀਕ ਨੂੰ ਆਪਾਂ ਨੂੰ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਪ੍ਰਧਾਨ ਜੀ, ਤੁਸੀਂ ਬੜਾ ਵੱਡਾ ਉਹਦੇ ਤੇ ਉਹ ਤਾਂ ਵੱਡੀ ਜ਼ਿੰਮੇਵਾਰੀ ਆ। ਲੋਕਾਂ ਦੇ ਵਿੱਚ ਹਜੇ ਵੀ ਜਿਹੜੀ ਕਹਿ ਸਕਦੇ ਕਿ ਗਿਣਤੀ ਪੱਖੋਂ ਘਾਟ ਆ ਰਹੀ ਆ। ਸੰਯੁਕਤ ਮੋਰਚਾ ਦੇ ਫੈਸਲਿਆਂ ਕਰਕੇ ਲੋਕ ਨਾਰਾਜ਼ ਤਾਂ ਨਹੀਂ ਆਉਂਦੇ ਹੈਗੇ ਕਿ ਜਾਂ ਕੰਮਕਾਰ ਬਿਜੀ ਕਰਕੇ ਤਾਂ ਨਹੀਂ ਆ ਰਹੇ? ਨਹੀਂ ਦੇਖੋ ਜੀ ਗੁਰਨਾਮ ਸਿੰਘ ਜੀ, ਵੀ ਜਿਹੜੇ ਇਹ ਲੰਬੇ ਅੰਦੋਲਨ ਹੁੰਦੇ ਆ, ਇਹਨਾਂ ਦੇ ਵਿੱਚ ਜਿਹੜੇ ਉਤਰਾਅ ਚੜ੍ਹਾਅ ਵੀ ਆਉਂਦੇ ਰਹਿੰਦੇ ਆ, ਜਿਹੜੀਆਂ ਗਿਣਤੀਆਂ ਇਕੱਠ ਉਹ ਵਾਧੇ ਕਰਦੇ ਰਹਿੰਦੇ ਆ। ਪਰ ਜਿਹੜਾ ਕਿਸਾਨ ਆ, ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਇਹ ਜਿਹੜਾ ਕਿਸਾਨ ਆ, ਸੰਯੁਕਤ ਮੋਰਚੇ ਦੀ ਜੋ ਵੀ ਕਾਲ ਆਉਂਦੀ ਆ, ਉਹ 'ਤੇ ਹਮੇਸ਼ਾ ਹੀ ਇਹ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈਗਾ। ਇਹ 26 ਤਰੀਕ ਨੂੰ ਵੀ ਤੁਸੀਂ ਦੇਖਿਓ ਵੀ ਜਿਹੜੇ ਕਿਸਾਨਾਂ ਦੇ ਨੌਜਵਾਨ ਮੁੰਡੇ ਆ, ਉਹਨਾਂ 'ਚ ਬਹੁਤ ਵੱਡਾ ਉਤਸ਼ਾਹ ਆ। 26 ਤਰੀਕ ਨੂੰ ਵੱਧ ਤੋਂ ਵੱਧ ਨੌਜਵਾਨ ਉੱਥੇ ਪਹੁੰਚੂਗਾ, ਔਰ ਇਹ ਜਿਹੜਾ 26 ਤਰੀਕ ਦਾ ਉੱਥੇ ਦਾ ਇਕੱਠ ਆ, ਉਹ ਵੱਧ ਤੋਂ ਵੱਧ ਹੋਊਗਾ। ਇਹ ਸਨ ਸਰਦਾਰ ਅਮਰੀਕ ਸਿੰਘ ਜੀ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ। ਇਸ ਵੇਲੇ ਤੁਸੀਂ ਦੇਖ ਰਹੇ ਕਿ ਕਾਫਲਾ ਜਿਹੜਾ ਆ ਅੰਤਮ ਅਸਥੀਆਂ ਦੀ ਯਾਤਰਾ ਜਿਹੜੀ ਚੱਲ ਰਹੀ ਆ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ, ਉਹ ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਆਗੂ ਲੈ ਕੇ ਚਾਲੇ ਪਾ ਰਹੇ ਨੇ। ਇਹ ਕਾਫਲਾ ਤੁਸੀਂ ਇਸ ਤਰ੍ਹਾਂ ਨਾਲ ਪੰਜਾਬੀ ਨੈਸ਼ਨਲ ਟੀਵੀ ਦੀ ਟੀਮ ਦੇ ਨਾਲ ਜੁੜੇ ਰਹੋ, ਤੇ ਇਹ ਕਾਫਲਾ ਜਾ ਕੇ ਕਹਿ ਸਕਦੇ ਕੀਰਤਪੁਰ ਸਾਹਿਬ ਵਿਖੇ, ਗੁਰਦੁਆਰਾ ਪਤਾਲਪੁਰੀ ਵਿਖੇ ਸਮਾਪਤ ਹੋ ਗਿਆ। ਤੇ ਅਸੀਂ ਤੁਹਾਨੂੰ ਕੀਰਤਪੁਰ ਸਾਹਿਬ ਤੱਕ ਦੇ ਦ੍ਰਿਸ਼ ਦਿਖਾ ਰਹੇ ਹਾਂ। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸ਼ਹੀਦਾਂ ਦੀਆਂ ਅਸਥੀਆਂ ਦਾ ਕਾਫਲਾ ਜਿਹੜਾ ਇਸ ਵਕਤ ਕੀਰਤਪੁਰ ਸਾਹਿਬ ਵਿਖੇ ਜਾ ਰਿਹਾ, ਤੇ ਫਗਵਾੜਾ ਵਿਖੇ ਇਹ ਉਹ ਬੀਬੀਆਂ ਨੇ ਜਿਹੜੀਆਂ ਪਿਛਲੇ 1 ਸਾਲ ਤੋਂ ਵੱਖ-ਵੱਖ ਚੌਂਕਾਂ ਦੇ ਵਿੱਚ ਖੜ੍ਹ ਕੇ ਕਿਸਾਨੀ ਅੰਦੋਲਨ ਲਈ ਆਪਣੀ ਆਵਾਜ਼ ਉਠਾਉਂਦੀਆਂ ਰਹੀਆਂ, ਤੇ ਸ਼ਾਮ ਨੂੰ ਭਾਵੇਂ ਘਰ ਦੇ ਜ਼ਰੂਰੀ ਕੰਮ ਛੱਡ ਕੇ ਆਪਣੇ ਪ੍ਰਦਰਸ਼ਨ ਵੀ ਹਮੇਸ਼ਾ ਹੀ ਉਹ 'ਚ ਸ਼ਾਮਲ ਹੁੰਦੀਆਂ ਰਹੀਆਂ ਤੇ ਕਰਦੀਆਂ ਰਹੀਆਂ। ਫਗਵਾੜਾ ਵਿਖੇ ਇਸ ਵੇਲੇ ਉਸ ਅਸਥੀਆਂ ਦਾ ਸਨਮਾਨ ਕੀਤਾ ਜਾ ਰਿਹਾ, ਉਹਨਾਂ ਨੂੰ ਨਮਸਕਾਰ ਕੀਤੀ ਜਾ ਰਹੀ ਆ, ਜਿਹੜਾ ਲਖੀਮਪੁਰ ਖੀਰੀ ਦੀ ਘਟਨਾ ਦੇ ਵਿੱਚ ਸ਼ਹੀਦ ਹੋਏ ਸਨ। ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਸ਼ਹਿਰਾਂ ਦੇ ਵਿੱਚ ਵੀ
ਵੱਡੇ ਪੱਧਰ ਤੇ ਇਹਨਾਂ ਬੀਬੀਆਂ ਦਾ, ਇਹਨਾਂ ਲੋਕਾਂ ਦਾ ਸਮਰਥਨ ਸੰਯੁਕਤ ਕਿਸਾਨ ਮੋਰਚੇ ਨੂੰ ਮਿਲ ਰਿਹਾ ਆ। ਤੁਸੀਂ ਦੇਖ ਰਹੇ ਹੋ ਕਿ ਦ੍ਰਿਸ਼ ਇਸ ਵੇਲੇ ਫਗਵਾੜਾ ਦੇ ਵਿੱਚ ਉਹ ਬੀਬੀਆਂ ਜਿਹੜੀਆਂ ਕਿ ਵੱਡੇ ਪੱਧਰ ਤੇ ਪਿਛਲੇ 1 ਸਾਲ ਤੋਂ ਉਹ ਅੰਦੋਲਨ ਵੱਖ-ਵੱਖ ਚੌਂਕਾਂ ਦੇ ਵਿੱਚ ਖੜੇ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਉਹ ਸਾਥ ਵੀ ਦਿੰਦੇ ਰਹੇ ਨੇ ਤੇ ਉਹਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹੇ ਨੇ। ਤੁਸੀਂ ਦੇਖ ਰਹੇ ਕਿ ਫਗਵਾੜਾ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਸਵਾਗਤ ਕੀਤਾ ਫਗਵਾੜੇ ਦੀਆਂ ਉਹਨਾਂ ਕਹਿ ਸਕਦੇ ਜਥੇਬੰਦੀਆਂ ਨੇ, ਉਹਨਾਂ ਸਮਰਥਕਾਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਵੱਡੇ ਪੱਧਰ ਤੇ ਉਹਨਾਂ ਆਸਥੀਆਂ ਨੂੰ ਨਮਸਕਾਰ ਕੀਤਾ ਤੇ ਸਾਥ ਵੀ ਦਿੱਤਾ। ਕਹਿ ਸਕਦੇ ਆ ਕਿ ਕਿਸਾਨ ਜਥੇਬੰਦੀਆਂ ਦੇ ਅਲੀਕੇ ਹੋਏ ਪ੍ਰੋਗਰਾਮ ਤੇ ਤੁਸੀਂ ਦੇਖ ਰਹੇ ਆ ਫਗਵਾੜਾ ਦੇ ਦ੍ਰਿਸ਼ ਕਿ ਕੀਰਤਪੁਰ ਸਾਹਿਬ ਵਿਖੇ ਆਸਥੀਆਂ ਨੂੰ ਜਿੱਦਾਂ ਸ਼ਰਧਾ ਸੁਮਨ ਭੇਟ ਕੀਤੇ ਜਾ ਰਹੇ ਆ। ਕਹਿ ਸਕਦੇ ਕਿ ਫਗਵਾੜਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿ ਖਾਸ ਕਰਕੇ ਬਹੁਤ ਵੱਡੇ ਤੇ ਵਪਾਰੀ ਤਬਕਾ ਤੇ ਮੁਲਾਜ਼ਮ ਤਬਕਾ ਰਹਿੰਦਾ ਹੈ, ਪਰ ਫਿਰ ਵੀ ਜਥੇਬੰਦੀਆਂ ਦੇ ਇਸ ਲੀਕੇ ਹੋਏ ਪ੍ਰੋਗਰਾਮ ਲਈ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਆ, ਜਿੱਦਾਂ ਬੀਬੀਆਂ ਦਾ ਖਾਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ, ਉਹਨੂੰ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸ਼ਰਧਾ ਤੇ ਉਤਸ਼ਾਹ ਆ। ਪੱਤਰਕਾਰ ਵੀਰ ਦੇ ਜਿਹੜੇ ਸ਼ਹਾਦਤ ਦਿੱਤੀ ਹੈ ਉਹਨੂੰ ਨਮਨ ਕਰਨ ਲਈ, ਉਹਨੂੰ ਸਜਦਾ ਕਰਨ ਲਈ ਫਗਵਾੜੇ ਇਲਾਕੇ ਦੀ ਸਮੂਹ ਸੰਗਤ ਹੀਰਾ ਕੱਟ ਕੇ ਪਹੁੰਚੀ ਹੈ। ਇਹ ਕਾਫਲਾ ਕੀਰਤਪੁਰ ਸਾਹਿਬ ਤੱਕ ਜਾਏਗਾ। ਰਸਤੇ ਦੇ ਵਿੱਚ ਹੋਰ ਵੀ ਦੌਰਾਨ ਨਵਾਂ ਸ਼ਹਿਰ ਲੋਕਾਂ ਦੇ ਸਾਰੇ ਜਗ੍ਹਾ ਸੰਗਤ ਉਡੀਕਦੀ ਹੈ। ਸਾਰੀ ਸੰਗਤ ਨੂੰ ਚਰਨਾਂ 'ਚ ਬੇਨਤੀ ਹੈ ਕਿ ਬਾਰੋ ਬਾਰੀ ਆਪਾਂ ਸਤਿਕਾਰ ਭੇਟ ਕਰੀਏ ਤੇ ਜਿਹੜਾ ਅੱਜ ਦਾ ਅਸਲੀ ਜਿਹੜੀ ਯਾਤਰਾ ਕੀਰਤਪੁਰ ਸਾਹਿਬ ਤੱਕ ਜਾਣੀ ਹੈ, ਇਹਦਾ ਮੇਨ ਮੰਤਵ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨਾ ਤੇ ਇੱਕ ਸਾਰੇ ਦੇਸ਼ ਦੇ ਵਿੱਚ ਜਿਹੜੇ ਇਨਸਾਨ ਪਸੰਦ ਲੋਕ ਆ ਉਹਨਾਂ ਵੱਲੋਂ ਸਾਂਝਾ ਉਦਮ ਹੈ ਕਿ ਜਿਹੜੇ ਇਸ ਕਾਂਡ ਦੇ ਦੋਸ਼ੀ ਨੇ, ਜਿਹੜੇ ਇਹਨਾਂ ਸ਼ਹਾਦਤਾਂ ਲਈ ਜ਼ਿੰਮੇਵਾਰ ਲੋਕ ਨੇ, ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਐਸੀ ਮਿਸਾਲੀ ਸਜ਼ਾ ਦਿਵਾਉਣ ਲਈ ਸਾਰੇ ਦੇਸ਼ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਨਾ। ਇਹ ਸਾਰੇ ਕਿਸਾਨ ਜਥੇਬੰਦੀਆਂ ਦਾ, ਸਮੂਹ ਮਜ਼ਦੂਰਾਂ ਦਾ, ਸਾਰੇ ਇਨਸਾਨ ਪਸੰਦ ਲੋਕਾਂ ਦਾ ਮਿਸ਼ਨ ਹੋਣਾ ਚਾਹੀਦਾ ਕਿ ਜਿਹੜੇ ਇਸ ਕਾਂਡ ਲਈ ਜ਼ਿੰਮੇਵਾਰ ਲੋਕ ਨੇ, ਜੇਕਰ ਆਪਾਂ ਹਮਲਾ ਮਾਰੀਏ ਕਿ ਜਿਹੜੇ ਇਹਦੇ ਤੇ ਜ਼ਿੰਮੇਵਾਰ ਨੇ, ਉਹਨਾਂ ਨੂੰ ਸਲਾਖਾਂ ਪਿੱਛੇ ਬਚਾ ਕੇ ਜਿਹੜੀ ਉਹਨਾਂ ਦੀ ਬਣਦੀ ਜਗ੍ਹਾ ਆ ਕਿ ਜਿੰਨਾ ਚਿਰ ਦੇਸ਼ ਦੀ ਸਰਕਾਰ ਇਸ ਕਾਂਡ ਦੇ ਜ਼ਿੰਮੇਵਾਰ ਲੋਕਾਂ ਨੂੰ ਬੋਲ ਸਕਦਾ ਬੋਲ ਸਕਦਾ ਕੋਈ ਬੋਲ ਸਕਦੇ ਆਪਾਂ ਉਹਨਾਂ ਨੂੰ ਸਾਫਰੀ ਦਵਾ ਸਕਦੇ ਜਿੰਨਾ ਚਿਰ ਜ਼ਿੰਮੇਵਾਰ ਲੋਕ ਨੇ ਉਹਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਦਬਾ ਕੇ ਉਹਨਾਂ ਨੂੰ ਦੋਸ਼ੀਆਂ ਵਾਲਾ ਜਿੰਨਾ ਚਿਰ ਸਲੂਕ ਨਹੀਂ ਕੀਤਾ ਜਾਂਦਾ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ 3 ਤਰੀਕ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਦੀ, ਸਾਰੀ ਦੁਨੀਆ ਦੇ ਲੋਕਾਂ ਨੇ ਇਸ ਕਾਂਡ ਦੇ ਉੱਤੇ ਸਰਕਾਰ ਨੂੰ ਲਾਹਨਤਾਂ ਪਾਈਆਂ, ਲੇਕਿਨ ਦੁੱਖ ਦੀ ਗੱਲ ਹੈ ਕਿ ਮੋਦੀ ਸਰਕਾਰ ਨੇ ਅਜੇ ਤੱਕ ਵੀ ਜਿਹੜਾ ਜ਼ਿੰਮੇਵਾਰ ਗ੍ਰਹਿ ਤੁਸੀਂ ਦੇਖ ਰਹੇ ਦ੍ਰਿਸ਼ ਇਸ ਵੇਲੇ ਫਗਵਾੜਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਜਿਸ ਤਰ੍ਹਾਂ ਨਮਨ ਕਰਨ ਲਈ ਫਗਵਾੜਾ ਸ਼ਹਿਰ ਦੇ ਲੋਕ ਪਹੁੰਚੇ ਨੇ। ਸਾਡੇ ਕੋਲ ਇਸ ਗੱਲ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਬੀਬੀਆਂ ਭੈਣਾਂ ਨੇ ਜਿਸ ਤਰ੍ਹਾਂ ਅੱਜ ਇਸ ਅੰਦੋਲਨ ਦੇ ਵਿੱਚ ਉਤਸ਼ਾਹ ਦਿਖਾਇਆ। ਆਪਾਂ ਗੱਲ ਕਰਦੇ ਹਾਂ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਭਾਜਪਾ ਵੱਲੋਂ ਸ਼ਹੀਦ ਕਹੇ ਲੋਕ, ਉਹਨਾਂ ਦੀਆਂ ਅਸਥੀਆਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਕੀਰਤਪੁਰ ਸਾਹਿਬ ਆਈਆਂ ਨੇ। ਭੈਣ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਇਹ ਸ਼ਹੀਦਾਂ ਦੀਆਂ ਅਸਥੀਆਂ ਲੈ ਕੇ ਕੀਰਤਪੁਰ ਸਾਹਿਬ ਜਥੇਬੰਦੀਆਂ ਜਾ ਰਹੀਆਂ, ਤੁਸੀਂ ਅੱਜ ਇੱਥੇ ਸਨੇਹ ਸ਼ਰਧਾ ਦਿਖਾਈ ਆ, ਕਿੱਦਾਂ ਦੇਖਦੇ ਸਾਰੇ ਗੱਲ? ਅਸੀਂ ਸਾਡੇ ਦਿਲ ਨੂੰ ਬੜਾ ਦੁੱਖ ਪਹੁੰਚਾ ਆ ਕਿ ਸਾਡੇ ਭੈਣ ਭਰਾਵਾਂ ਦਾ ਉੱਥੇ ਕਤਲ ਹੋ ਗਿਆ ਲਖੀਮਪੁਰ ਵਿੱਚ। ਇਹ ਜਿਹੜੀ ਬੀਜੇਪੀ ਸਰਕਾਰ ਹੈ, ਤਾਨਾਸ਼ਾਹੀ ਸਰਕਾਰ ਵਾ, ਇਹ ਬੀਜੇਪੀ ਸਰਕਾਰ ਜਾਂ ਮੋਦੀ ਸਰਕਾਰ ਆ, ਇੱਦਾਂ ਦੇ ਬੰਦਿਆਂ ਨੂੰ ਬੰਦੇ ਖਾਣੀਆਂ ਹੀ ਸੂਤ ਕਰਦੀਆਂ ਆ। ਜਿੱਦਾਂ ਸਰਕਾਰ ਹਜੇ ਤੱਕ 1 ਸਾਲ ਤੋਂ ਅੰਦੋਲਨ ਚੱਲਦਾ ਸੁਣ ਨਹੀਂ ਰਹੀ, ਸਰਕਾਰ ਦਾ ਇਹ ਅੜੀਅਲ ਵਤੀਰਾ ਕਿੱਦਾਂ ਦੇਖਦੇ ਹੋ? ਬਹੁਤ ਭੈੜਾ ਵਤੀਰਾ ਇਹਨਾਂ ਦਾ। ਇਹ ਹਰ ਇੱਕ ਵਰਗ ਨੂੰ ਫਰਕ ਪੈਣਾ ਆ। ਜੇ ਅੱਜ ਉੱਥੇ ਇਹ ਹੁੰਦਾ, ਛੋਟੇ ਲੋਕਾਂ ਨਾਲ ਵੀ ਇਹ ਕੁਝ ਹੁੰਦਾ, ਜਿਹੜੇ ਵੱਡੇ ਤੋਂ ਲੈ ਕੇ ਛੋਟੇ ਵਰਗ ਤੱਕ ਲੋਕ ਆ, ਉਹਨਾਂ ਦਾ ਬਹੁਤ ਨੁਕਸਾਨ ਹੋਊਗਾ ਜੇ ਬੀਜੇਪੀ ਇੱਦਾਂ ਕਰਦੀ ਰਹੇਗਾ। ਇਸ ਕਰਕੇ ਸਾਨੂੰ ਨਾ ਸਟਰੋਂਗ ਹੋਣਾ ਚਾਹੀਦਾ ਆ। ਅੰਦੋਲਨ ਨੂੰ ਕਹਿ ਰਹੇ ਸੀ ਇਹ ਪਿੰਡਾਂ ਦਾ ਆ, ਕਿਸਾਨਾਂ ਦਾ ਆ, ਹੁਣ ਜਿਹੜੇ ਸ਼ਹਿਰਾਂ ਦੇ ਲੋਕ ਵੀ ਨਾਲ ਜੁੜ ਰਹੇ ਆ, ਇਹਨੂੰ ਕਿੱਦਾਂ ਦੇਖਦੇ ਹੋ? ਇਹ ਸਾਰਿਆਂ ਦਾ ਅੰਦੋਲਨ ਆ, ਨਾ ਇਕੱਲੇ ਪਿੰਡਾਂ ਦਾ ਆ, ਨਾ ਇਕੱਲੇ ਸ਼ਹਿਰਾਂ ਦਾ। ਇਹ ਹਰ ਇੱਕ ਇਨਸਾਨ ਦਾ ਅੰਦੋਲਨ ਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ। ਇਹ ਸਨ ਉਹ ਬੀਬੀਆਂ ਜਿਹੜੀਆਂ ਕਿ ਦੇਖਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਵੱਡੇ ਪੱਧਰ ਤੇ ਉਤਸ਼ਾਹ ਮਿਲ ਰਿਹਾ ਤੇ ਆਪਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇਸ ਵੇਲੇ ਫਗਵਾੜੇ ਦੇ ਵਿੱਚ ਪੂਰਾ ਉਤਸ਼ਾਹ ਆ ਤਾਂ ਫਗਵਾੜੇ ਦੇ ਵਿੱਚ ਅੱਜ ਦਾ ਕੀਤਾ ਜਾ ਰਿਹਾ। ਅੱਜ ਦਾ ਜਿਹੜਾ ਕਿਸਾਨ ਆਸਤੀਆਂ ਲੈ ਕੇ ਜਾ ਰਹੇ ਨੇ, ਲਖੀਮਪੁਰ ਖੀਰੀ 'ਚ ਘਟਨਾ ਘਟੀ ਆ, ਇਸ ਘਟਨਾ ਨੂੰ ਕਿੱਦਾਂ ਦੇਖਦੇ ਆ ਕਿ ਜ਼ਾਲਮਾਨਾ ਜਿਹੜਾ ਹੈ ਉੱਥੇ ਜ਼ੁਲਮ ਕੀਤਾ ਗਿਆ? ਸਾਰੇ
ਚੰਗੀ ਤਰ੍ਹਾਂ ਜਾਣਦੇ ਹੈਗੇ ਕਿ ਕੇਂਦਰ ਵਿੱਚ ਬੀਜੇਪੀ ਸਰਕਾਰ ਵੱਲੋਂ ਪਿਛਲੇ ਲਗਭਗ ਡੇਢ ਸਾਲ ਤੋਂ ਲਗਭਗ ਜਿਹੜਾ ਹੈਗਾ ਉਹ ਸਾਰੇ ਹੀ ਭਾਰਤ ਦੇਸ਼ ਵਿੱਚ ਖਾਸ ਕਰਕੇ ਕਿਸਾਨ ਭਰਾਵਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈਗਾ। ਆਪਾਂ ਸਾਰੇ ਜਾਣਦੇ ਕਿ ਪਿਛਲੇ ਲਗਭਗ 1 ਸਾਲ ਤੋਂ ਕਿਸਾਨ ਭਰਾਵਾਂ ਵੱਲੋਂ ਜਿਹੜਾ ਦਿੱਲੀ ਵਿਖੇ ਜਿਹੜਾ ਸਿੰਘੂ ਬਾਰਡਰ ਤੇ ਹੋਰ ਜਿਹੜਾ ਹੈਗਾ ਧਰਨੇ ਦਿੱਤੇ ਜਾ ਰਹੇ ਸੀ ਤੇ ਜ਼ਾਲਮ ਸਰਕਾਰ ਨੇ ਲਗਭਗ ਜਿਹੜਾ 1 ਸਾਲ ਤੋਂ ਕਿਸੇ ਵੀ ਕਿਸਾਨ ਭਰਾ ਦੀ ਸਾਰ ਨਹੀਂ ਲਈ। ਆਪਾਂ ਸਾਰੇ ਜਾਣਦੇ ਹਾਂ ਇਹਨਾਂ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਅਸੀਂ ਉੱਚ ਘਰਾਣਿਆਂ ਨੂੰ ਜਿਹੜਾ ਲਾਭ ਦੇਣਾ ਹੈਗਾ। ਆਪਾਂ ਸਾਰੇ ਜਾਣਦੇ ਹਾਂ ਕਿ ਲਖੀਮਪੁਰ ਵਿਖੇ ਖੀਰੀ ਵਿਖੇ ਜਿਹੜਾ ਕਿਸਾਨ ਭਰਾ ਜਿਹੜੇ ਰੋਸ ਮੁਜ਼ਾਹਰਾ ਸ਼ਾਂਤੀਪੂਰ ਕਰ ਰਹੇ ਉਹਨਾਂ ਤੋਂ ਪਿੱਛੇ ਦੀ ਗੱਡੀ 'ਚ ਚੜਾ ਕੇ ਜਿਹੜੀ ਹੈਗੀ ਆ ਆਪਣੇ ਮਿਸ਼ਰਾ ਜਿਹੜਾ ਹੈਗਾ ਉਹਨਾਂ ਨੇ 8 ਉੱਥੇ ਜਾਨਾਂ ਗਈਆਂ ਕੀਮਤੀ ਜਾਨਾਂ ਗਈਆਂ ਜਿਹਦੇ ਕਿ 4 ਸਾਡੇ ਕਿਸਾਨ ਭਰਾ ਸੀਗੇ। ਇਸ ਕਰਕੇ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਆਪਾਂ ਜਾਣਦੇ ਕਿ ਅੰਗਰੇਜ਼ਾਂ ਦੇ ਜੋ ਸਰਕਾਰ ਵਿੱਚ ਹੀ ਹੁੰਦੀ ਸੀਗੀ। ਭਾਰਤ ਦੇਸ਼ ਜੋ ਆਜ਼ਾਦ ਹੈ ਕਿਤੇ ਵੀ ਇਸ ਦੀ ਘਟਨਾ ਨਹੀਂ ਮਿਲਦੀ ਕਿ ਪਿੱਛੇ ਦੀ ਜਾ ਕੇ ਨਿਹੱਥੇ ਕਿਸਾਨਾਂ ਦੇ ਗੱਡੀਆਂ ਚੜਾ ਦਿੱਤੀ ਹੈ। ਪਰ ਮੈਨੂੰ ਖੁਦ ਵੀ ਲਖੀਮਪੁਰ ਜਾਣ ਦਾ ਮੌਕਾ ਮਿਲਿਆ ਹੈਗਾ ਔਰ ਅਸੀਂ ਉੱਥੇ ਮੈਂ ਗਏ ਸੀ, ਸਾਡਾ ਜੱਥਾ ਗਿਆ ਸੀ, ਸਾਡੇ ਬਹੁਤ ਹੀ ਸਰਕਾਰ ਦੇ ਪ੍ਰਧਾਨ ਜੋ ਸਿੱਧੂ ਦੀ ਅਗਵਾਈ ਵਿੱਚ ਉੱਥੇ ਜੱਥਾ ਗਿਆ ਸੀ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਉੱਥੇ ਲੋਕਾਂ ਦੇ ਮਨਾਂ ਵਿੱਚ ਇੰਨਾ ਰੋਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਹੀ ਭਾਰਤ ਵਾਸੀ ਮਿਲ ਕੇ ਜਿਹੜਾ ਹੈਗਾ ਇਸ ਜ਼ਾਲਮ ਸਰਕਾਰ ਨੂੰ ਖਾੜ ਫੇਕਣਗੇ। ਆਸ਼ੀਸ਼ ਮਿਸ਼ਰਾ ਨੇ ਇਹ ਕਹਿ ਸਕਦੇ ਕਤਲੇਆਮ ਨੂੰ ਅੰਜਾਮ ਦਿੱਤਾ। ਉਹਦਾ ਬਾਪ ਇਸ ਵੇਲੇ ਕੇਂਦਰ ਦੇ ਵਿੱਚ ਰਾਜ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ, ਹਜੇ ਤੱਕ ਅਸਤੀਫਾ ਨਹੀਂ ਦੇ ਰਿਹਾ। ਵਿਰੋਧੀ ਪਾਰਟੀ ਵੀ ਮੰਗ ਰਿਹਾ, ਕਿਸਾਨ ਜਥੇਬੰਦੀਆਂ ਮੰਗ ਰਹੀਆਂ, ਪਰ ਹਜੇ ਤੱਕ ਉਸ ਮੰਤਰੀ ਦਾ ਅਸਤੀਫਾ ਨਹੀਂ ਹੋਇਆ। ਇਹਨੂੰ ਕਿੱਦਾਂ ਦੇਖਦੇ ਤੁਸੀਂ? ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਵਿੱਚ ਸਾਰੇ ਜਿੰਨੇ ਸਿਆਸਤਦਾਨ ਹੁੰਦੇ ਸੀਗੇ, ਆਮ ਨਾਗਰਿਕ ਹੁੰਦੇ ਸੀ, ਉਹਨਾਂ ਵਿੱਚ ਮੋਰਲਟੀਜ਼ ਹੁੰਦੀਆਂ ਸੀਗੀਆਂ, ਕੋਈ ਮੋਰਲ ਵੈਲਿਊ ਕੋਈ ਸਿਧਾਂਤਾਂ ਦੇ ਕਰਦੇ। ਇਹ ਜ਼ਾਲਮ ਸਰਕਾਰ ਆ, ਇਹਨਾਂ ਤੋਂ ਆਪਾਂ ਨੂੰ ਕੋਈ ਨਾ ਐਕਸਪੈਕਟ ਕਰਨਾ ਚਾਹੀਦਾ। ਜੇ ਕੋਈ ਹੋਰ ਕੋਈ ਪਾਰਟੀ ਦੀ ਸਰਕਾਰ ਹੁੰਦੀ ਜਾਂ ਮੰਤਰੀ ਹੁੰਦਾ ਤਾਂ ਉਹਨੇ ਆਪਣੋ ਆਪ ਹੀ ਜਿਹੜਾ ਇਹ ਘਟਨਾ ਨੂੰ ਦੇਖ ਕੇ ਜਿਹੜਾ ਰਿਜ਼ਾਈਨ ਕਰ ਦੇਣਾ ਸੀ। ਪਰ ਇਹ ਜ਼ਾਲਮ ਸਰਕਾਰ ਹੈਗੀ ਆ, ਇਹਨਾਂ ਦਾ ਇੱਕੋ ਇੱਕ ਹੈ ਕਿ ਦੇਸ਼ ਨੂੰ ਬਰਬਾਦ ਕਰਕੇ ਜਿਹੜੀ ਹੈਗੀ ਆ ਈਸਟ ਇੰਡੀਆ ਕੰਪਨੀ ਵਾਂਗੂ ਦੇਸ਼ ਨੂੰ ਲੁੱਟਣਾ ਹੈ। ਪੰਜਾਬ ਦੇ ਵਿੱਚ ਹਰ ਵਰਗ ਇਸ ਅੰਦੋਲਨ ਦੇ ਨਾਲ ਜੁੜ ਗਿਆ, ਭਾਵੇਂ ਕਿ ਲਗਭਗ ਸਮਾਂ ਹੋ ਰਿਹਾ, ਵੱਖ-ਵੱਖ ਪਾਰਟੀਆਂ ਵੀ ਸਮਰਥਨ ਕਰ ਰਹੀਆਂ, ਪਰ ਭਾਜਪਾ ਦੇ ਲੀਡਰ ਜਿਹੜੇ ਪੰਜਾਬ ਦੇ ਵਿੱਚ ਵੀ ਰਹਿੰਦੇ ਹਜੇ ਤੱਕ ਵੀ ਉਹ ਇਸ ਕਿਸਾਨੀ ਅੰਦੋਲਨ ਨੂੰ ਇਹ ਕਹਿ ਰਹੇ ਆ ਵੀ ਇਹ ਗੁੰਡਾਗਰਦੀ ਕਰ ਰਿਹਾ, ਕਿਸਾਨ ਦਿੱਲੀ ਦੇ ਐਵੇਂ ਬੈਠੇ ਆ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਪੰਜਾਬ ਸਰਕਾਰ ਦੇ ਬੇਸ਼ੱਕ ਦੀ ਕੋਈ ਮੰਤਰੀ ਹੋਵੇ, ਬੇਸ਼ੱਕ ਦੀ ਕੋਈ ਵਿਧਾਇਕ ਹੋਵੇ, ਬੇਸ਼ੱਕ ਦੀ ਕੋਈ ਉਹਨਾਂ ਦੀ ਪਾਰਟੀ ਦਾ ਆਰਗੇਨਾਈਜੇਸ਼ਨ ਦਾ ਕੋਈ ਹੋਵੇ, ਇਹਨਾਂ ਸਾਰਿਆਂ ਨੇ ਸਾਰੇ ਕਠਪੁਤਲੀ ਹੈਗੇ ਨੇ। ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਮੋਦੀ ਜੀ ਦੇ ਖਿਲਾਫ ਕੁਝ ਵੀ ਬੋਲ ਨਹੀਂ ਸਕਦੇ ਹੈਗੇ। ਇਹਨਾਂ ਤੋਂ ਕੋਈ ਤਵੱਕੁ ਨਹੀਂ ਰੱਖਣੀ ਚਾਹੀਦੀ। ਕਦੇ ਵੀ ਇਹਨਾਂ ਨੇ ਜਿੰਨੇ ਵੀ ਸਾਡੇ ਪੰਜਾਬ ਦੇ ਇਹਨਾਂ ਦੇ ਨੇਤਾ ਹੈਗੇ ਆ, ਕਿਸੇ ਨੇ ਵੀ ਅੱਜ ਤੱਕ ਕਿਸਾਨ ਭਰਾਵਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਹੈਗਾ, ਉਹ ਨਾ ਹੀ ਸਾਨੂੰ ਸੋਚਣਾ ਚਾਹੀਦਾ। ਇਹਦਾ ਜਦੋਂ ਵੀ ਸਾਨੂੰ ਆਪਣੀ ਜਮਹੂਰੀਅਤ ਹੱਕ ਵੋਟ ਪਾਉਣ ਦਾ ਹੱਕ ਮਿਲੂਗਾ ਉਦੋਂ ਇਹਨਾਂ ਨੂੰ ਪਤਾ ਲੱਗੂ ਵੀ ਇਹ ਕਿੱਥੇ ਖੜੇ ਹੈਗੇ। ਸਾਡੇ ਪੰਜਾਬ ਵਿੱਚ ਹੀ ਨਹੀਂ, ਸਾਰੇ ਦੇਸ਼ ਵਿੱਚ ਹੀ ਜਦੋਂ ਵੀ ਜਮਹੂਰੀਅਤ ਹੱਕ ਸਾਨੂੰ ਉਹਦਾ ਟਾਈਮ ਮਿਲੂਗਾ ਤਾਂ ਸਾਰੇ ਸਾਡੇ ਦੇਸ਼ ਵਾਸੀ ਮਿਲ ਕੇ ਇਹਨਾਂ ਨੂੰ ਖਾੜ ਫੇਕਣਗੇ। ਜੀ, ਸਾਡੇ ਨਾਲ ਪਰਮਜੀਤ ਸਿੰਘ ਜੀ ਰਾਏਪੁਰ ਸੀਨੀਅਰ ਲੀਡਰ ਨੇ ਇਸ ਇਲਾਕੇ ਦੇ। ਰਾਏਪੁਰ ਸਾਹਿਬ, ਕੁਝ ਪਾਰਟੀਆਂ ਹਜੇ ਵੀ ਕਿਸਾਨੀ ਅੰਦੋਲਨ ਨੂੰ ਭੁੱਲ ਕੇ ਆਪਣਾ ਨਾ ਰਾਜਨੀਤਿਕ ਏਜੰਡਾ ਪੰਜਾਬ 'ਚ ਮੋਹਰੇ ਰੱਖ ਕੇ 2022 ਦੀ ਤਿਆਰੀ ਕਰ ਰਹੀਆਂ, ਉਹਨਾਂ ਪਾਰਟੀਆਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜਾ ਆਪਾਂ ਦੇਖ ਲਿਆ ਵੀ ਜੇ ਸਾਲ ਤੋਂ ਕਿਸਾਨ ਵੀਰ ਜਿੱਥੇ ਦਿੱਲੀ ਜਾ ਕੇ ਬੈਠੇ ਆ, ਇਹਨਾਂ ਨੇ ਵੱਖ-ਵੱਖ ਥਾਂ ਤੇ ਜਿੱਦਾਂ ਲਖੀਮਪੁਰੀ ਖੀਰੀ 'ਚ ਕੀਤਾ ਆ, ਇੱਕ ਮੰਤਰੀ ਦੇ ਬੇਟੇ ਨੇ ਉਹਨਾਂ ਨੂੰ ਆਪਣੀ ਗੱਡੀ ਦੇ ਥੱਲੇ ਦਰੜਿਆ। ਇਹਦੀ ਆਵਾਜ਼ ਇਕੱਲੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਨਹੀਂ, ਆਪਾਂ ਦੇਖਿਆ ਵੀ ਜਿੱਥੇ ਵੀ ਆਪਣੇ ਪੰਜਾਬੀ ਆ ਸਾਰੀ ਦੁਨੀਆ 'ਚ ਇਹ ਆਵਾਜ਼ ਉੱਠ ਕੇ ਉੱਠੀ ਆ। ਕਿੰਨਾ ਵਿਚਾਰੇ ਨੂੰ ਦਬਾ ਲੈਣਗੇ। ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਵੀ ਇਹਨਾਂ ਦੇ ਜਿਹੜੇ ਕਾਲੇ 3 ਕਾਨੂੰਨ ਆ ਇਹਨਾਂ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਜਿੱਥੇ ਤੁਸੀਂ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੇ ਨਾਲ ਇੰਨੀ ਵਧੀਕੀ ਕਰਦੇ ਆ। ਇਹ ਜਦ ਤਾਈਂ ਤੁਸੀਂ 22 ਦੀ ਇਲੈਕਸ਼ਨ ਸੋਚਦੇ ਆ ਵੀ ਹੁਣ ਤੁਸੀਂ ਇਦਾਂ ਦਾ ਜ਼ੁਲਮ ਕਰਕੇ ਕਿੰਨਾ ਚਿਰ ਕਰੋਗੇ? ਇਹ 2-4 ਮਹੀਨਿਆਂ 'ਚ ਇਹਨਾਂ ਨੂੰ ਕਰਨਾ ਪਊਗਾ, ਨਹੀਂ ਤਾਂ ਆਪਾਂ ਨੂੰ ਦੇਖਦਾ ਵੀ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਰਾਏਪੁਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਵੀ ਇਸ ਵੇਲੇ ਭਾਜਪਾ ਦੇ ਨਜ਼ਦੀਕ ਬਹੁਤ ਦਿਖ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਅੰਦਰ ਖਾਤੇ ਖਬਰਾਂ ਆਉਂਦੀਆਂ ਵੀ ਅੰਦਰੋਂ ਇੱਕੋ ਹੀ ਆ। ਆਉਣ ਵਾਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ, ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਸਕਦੇ? ਦੇਖੋ, ਇਹ ਆਪਣੀ ਗੱਦੀ ਲਈ ਕੁਝ ਵੀ ਕਰ ਸਕਦੇ ਆ। ਆਪਾਂ ਪਿਛਲੀ ਵਾਰੀ ਦੇਖਿਆ ਆ, ਜੇ ਅਕਾਲੀ ਦਲ ਨੇ ਬੇਅਦਬੀਆਂ ਵਾਲੇ ਉਹ ਜਿੱਥੇ ਬੇਅਦਬੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਮੌਕੇ ਤੇ ਨਹੀਂ ਸਾਂਭਿਆ ਸੀ।
ਰਾਮ ਰਹੀਮ ਨੂੰ ਇਹਨਾਂ ਨੇ ਜਥੇਦਾਰਾਂ ਤੋਂ ਮੁਆਫ ਕਰ ਦਿੱਤਾ ਸੀ। ਆਪਾਂ ਦੇਖਿਆ ਵੀ ਅਕਾਲੀ ਦਲ ਦੀ ਪਹਿਲੀ ਵਾਰੀ ਇਹ ਹਾਲਤ ਇਦਾਂ ਦੀ ਹੋਈ ਆ। ਜੋ ਬੀਜੇਪੀ ਵਾਲੇ ਨੇ ਕੀਤਾ, ਇਹ ਭਾਵੇਂ ਇਹ ਆਪਸ ਵਿੱਚ ਰਲ ਜਾਣ, ਭਾਵੇਂ ਕੈਪਟਨ ਅਮਰਿੰਦਰ ਆ ਜਾਵੇ, ਇਹਨਾਂ ਦੀਆਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ। ਲੋਕੀ ਹੁਣ ਵਿਕਣ ਵਾਲੇ ਨਹੀਂ ਗੀ, ਉਹ ਸਿਆਣੇ ਆ, ਉਹਨਾਂ ਨੂੰ ਸਾਰੀ ਗੱਲ ਦਾ ਪਤਾ। ਜੀ ਰਾਏਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਇਹ ਸਨ ਪਰਮਜੀਤ ਸਿੰਘ ਰਾਏਪੁਰ ਤੇ ਬਲਵਿੰਦਰ ਸਿੰਘ ਜੀ MLA ਫਗਵਾੜਾ ਤੋਂ, ਜਿਨ੍ਹਾਂ ਨੇ ਆਪਣਾ ਵਿਵਾਕੀ ਦੇ ਨਾਲ ਬਿਆਨ ਦਿੱਤਾ ਕਿ ਕਿਸਾਨ ਜਥੇਬੰਦੀਆਂ ਇਸ ਵੇਲੇ ਪੂਰੀ ਮਜ਼ਬੂਤੀ ਨਾਲ ਅੰਦੋਲਨ ਲੜ ਰਹੀਆਂ ਹੈ ਤੇ ਧਾਰਮਿਕ ਤੇ ਰਾਜਨੀਤਿਕ ਦਲ ਕਿਸਾਨ ਜਥੇਬੰਦੀਆਂ ਦਾ ਸਾਥ ਵੀ ਦੇ ਰਹੇ ਨੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਜਿਵੇਂ ਜਿਵੇਂ 2022 ਦੀ ਇਲੈਕਸ਼ਨ ਨਜ਼ਦੀਕ ਆਉਂਦੀ ਆ, ਕੀ ਕਹਿ ਸਕਦੇ ਹਾਂ ਕਿ ਅੰਦੋਲਨ ਦੇ ਉੱਪਰ ਰਾਜਨੀਤਿਕ ਪਾਰਟੀਆਂ ਦਾ ਰੌਲਾ ਰੱਪਾ ਜੋ ਦੇਖਿਆ ਜਾਂਦਾ ਆ ਕਿ ਰਾਜਨੀਤਿਕ ਤੌਰ ਤੇ 2022 ਦੇ ਵਿੱਚ ਜਿਹੜੀ ਸੱਤਾ ਦੀ ਖੇਡ ਹੋਣ ਜਾ ਰਹੀ ਆ, ਉਹ ਅਸਰ ਪਾਉਂਦਾ ਆ ਜਾਂ ਨਹੀਂ ਪਾਉਂਦਾ। ਇਸ ਵਕਤ ਤੁਸੀਂ ਦੇਖ ਰਹੇ ਕਿ ਇਸ ਵੇਲੇ ਫਗਵਾੜਾ ਤੋਂ ਕਾਫਲਾ ਕੀਰਤਪੁਰ ਸਾਹਿਬ ਲਈ ਸ਼ਹੀਦਾਂ ਦੀਆਂ ਅਸਥੀਆਂ ਦਾ ਉਹ ਰਵਾਨਾ ਹੋ ਚੁੱਕਾ ਆ ਤੇ ਆਓ ਤੁਹਾਨੂੰ ਦ੍ਰਿਸ਼ ਦਿਖਾਉਂਦੇ ਆ ਹੁਣ ਅਗਲੇ ਪੜਾਅ ਦੇ। ਅਤੇ ਇਹਨਾਂ ਸ਼ਹੀਦਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਮਹਾਰਾਜ ਜੀਓ, ਅਤੇ ਇਸ ਕਿਸਾਨੀ ਮੋਰਚੇ ਦੀ ਜਿੱਤ ਕਰਾਣੀ ਮਹਾਰਾਜ ਜੀ ਆਪ ਜੀ ਦੇ ਪਾਸ ਚਰਨਾਂ ਟੋਲਾ ਪਾਸੇ ਹੀ ਅਰਦਾਸ ਬੇਨਤੀ ਜੋੜ ਰਹੀ ਹੈ ਕਿ ਜੋ 1 ਸਾਲ ਤੋਂ ਵੱਧ ਦਾ ਸਮਾਂ ਸੰਘਰਸ਼ ਹੋ ਗਿਆ ਹੈ, ਆਪ ਜੀ ਨੇ ਕਿਰਪਾ ਕਰਨੀ। ਹੁਣ ਆਪ ਜੀ ਨੇ ਜਿਹੜੀ ਜਿੱਤ ਹੈ ਆਪ ਜੀ ਨੇ ਕਿਸਾਨਾਂ ਦੇ ਆਪਣੇ ਸਿੱਖਾਂ ਦੇ ਝੋਲੀ ਵਿੱਚ ਪਾਉਣੀ। ਮਹਾਰਾਜ ਜੀ ਸੁਤ ਕਰੋ ਕਿਰਪਾ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਫਰਜ਼ ਬਣਦਾ ਕਿ ਆਪਣੇ ਕੰਮਾਂ ਕਾਰਾਂ ਤੋਂ ਸੰਤੋਖ ਕੇ ਜਿੰਨੀ ਵੱਧ ਤੋਂ ਵੱਧ ਗਿਣਤੀ ਦਿੱਲੀ ਦੇ ਅੰਦੋਲਨ ਦੇ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ। 26 ਤਰੀਕ ਨੂੰ ਬਹੁਤ ਸਾਰੀ ਸੰਗਤ ਪੰਜਾਬ ਹਰਿਆਣੇ ਤੋਂ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਰਹੀ ਹੈ। ਬਹੁਤ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਦਿੱਲੀ ਵੱਲ ਨੂੰ ਕੂਚ ਕਰੀਏ ਤਾਂ ਕਿ ਜਿਹੜਾ ਅੰਦੋਲਨ ਹੈ ਇਹਨੂੰ ਅੰਜਾਮ ਤੇ ਪਹੁੰਚਾ ਕੇ ਜਿਹੜੀਆਂ ਹੁਣ ਤੱਕ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਸਹੀ ਸ਼ਰਧਾਂਜਲੀ ਇਹ ਹੋਏਗੀ। ਬਹੁਤ ਬਹੁਤ ਧੰਨਵਾਦੀ ਹੈ। ਲਖੀਮਪੁਰ ਖੀਰੀ ਦੇ ਵਿੱਚ ਜੋ ਸਾਡੇ ਕਿਸਾਨ ਵੀਰ ਸ਼ਹੀਦੀ ਦਾ ਜਾਮ ਪੀ ਗਏ ਸੀ, ਉਹਨਾਂ ਦੀ ਸ਼ਹਾਦਤ ਇਸ ਕੌਮ ਵਾਸਤੇ ਲਾਸਾਨ ਸ਼ਹਾਦਤ ਜਿਹੜੀ ਆ ਸਦਾ ਹੀ ਯਾਦ ਕੀਤੀ ਜਾਊਗੀ, ਕਿਉਂਕਿ ਇਸ ਅੰਦੋਲਨ ਦੇ ਵਿੱਚ 700 ਤੋਂ ਵੱਧ ਕਿਸਾਨ ਸਾਡੇ ਵੀਰ ਹੋਰ ਵੀ ਸ਼ਹੀਦ ਹੋ ਗਏ ਆ ਔਰ ਇਹਨਾਂ ਦੀਆਂ ਸ਼ਹਾਦਤਾਂ ਇਸ ਅੰਦੋਲਨ ਵਾਸਤੇ ਬਹੁਤ ਬੜਮੁੱਲੀਆਂ ਆ। ਇਹ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਸ਼ਹਾਦਤਾਂ ਹੋਈਆਂ, ਬੇਸ਼ੱਕ ਬੀਜੇਪੀ ਸਰਕਾਰ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਘਟਨਾਕ੍ਰਮ ਕਰਵਾਇਆ ਸੀ, ਗੱਡੀਆਂ ਚੜਾ ਕੇ ਸਾਡੇ ਕਿਸਾਨ ਵੀਰਾਂ ਨੂੰ ਸ਼ਹੀਦ ਕੀਤਾ ਸੀ, ਪਰ ਉਹ ਆਪਣੀ ਮਨਸ਼ਾ ਦੇ ਵਿੱਚ ਕਾਮਯਾਬ ਨਹੀਂ ਹੋਈ ਕਿਉਂਕਿ ਉੱਥੇ ਦੰਗੇ ਫੈਲਾਉਣਾ ਚਾਹੁੰਦੀ ਸੀ ਯੂਪੀ ਸਰਕਾਰ, ਦੰਗੇ ਫੈਲਾ ਕੇ ਅੰਦੋਲਨ ਨੂੰ ਜਿਹੜਾ ਚੁਕਾਉਣਾ ਚਾਹੁੰਦੀ ਸੀ, ਪਰ ਉਹ ਆਪਣੀ ਮਨਸ਼ਾ ਦੇ ਵਿੱਚ ਕਾਮਯਾਬ ਨਹੀਂ ਹੋਈ। ਵੀਰੋ, ਆਪ ਸਾਰਿਆਂ ਨੇ ਰਲ ਮਿਲ ਕੇ ਜਿਸ ਤਰ੍ਹਾਂ ਇਹ ਮਜ਼ਾਰੀ ਟੋਲ ਪਲਾਜ਼ਾ ਦੱਬਿਆ ਹੋਇਆ
ਤੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਸੇ ਤਰ੍ਹਾਂ ਸਾਰਿਆਂ ਟੋਲ ਪਲਾਜ਼ੇ ਜਿਹੜੇ ਰੁਕੇ ਹੋਏ ਆ। ਕੱਲ ਤੋਂ ਅਸੀਂ ਨੰਗਲ ਸ਼ਹੀਦਾ ਟੋਲ ਪਲਾਜ਼ੇ ਤੋਂ ਚੱਲੇ ਸੀ। ਮਨਜੀਤ ਸਿੰਘ ਜੀ ਰਾਏ, ਸਤਨਾਮ ਸਿੰਘ ਜੀ ਸਾਨੀ, ਕੁਲਦੀਪ ਸਿੰਘ ਜੀ ਬਜੀਤਪੁਰ, ਸਾਰੇ ਸੁਖਪਾਲ ਸਿੰਘ ਜੀ ਡੱਪਰ ਹੁਣੀ, ਸਾਰੇ ਆਪਾਂ ਰਲ ਮਿਲ ਕੇ ਪਹਿਲਾਂ ਮੁਕੇਰੀਆਂ, ਫਿਰ ਦਸੂਹਾ, ਜਲੰਧਰ, ਨਵਾਂ ਸ਼ਹਿਰ, ਗੜ੍ਹ ਸ਼ੰਕਰ ਹੁੰਦੇ ਹੋਏ ਹੁਣ ਅਸੀਂ ਸਾਰੇ ਇੱਥੇ ਪਹੁੰਚੇ ਹਾਂ। ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਮੋਰਚੇ ਦੇ ਵਿੱਚ ਵੀ ਇਸੇ ਤਰ੍ਹਾਂ ਆਪ ਸਾਰਿਆਂ ਨੇ ਜਾਣਾ ਆ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ। ਹੁਣ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਨਾਲ ਦੀ ਨਾਲ ਕੁਲਦੀਪ ਸਿੰਘ ਦਿਆਲਾ ਜੀ ਜੋ ਦਿੱਲੀ ਦੇ ਵਿੱਚ ਬੈਠੇ ਹੋਏ ਆ ਮੋਰਚਾ ਲਾ ਕੇ, ਕਿਉਂਕਿ ਕੁਲਦੀਪ ਸਿੰਘ ਬਜੀਤਪੁਰ ਵੀ ਸਾਡੇ ਨਾਲ ਖੜੇ ਆ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਮਹਾਂ ਸਿੰਘ ਰੋੜੀ ਜੀ ਦਾ, ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੋਂ ਤੁਹਾਡੀ ਸੋਚ ਯਾਰ ਥੋੜੇ ਇੰਨੇ ਵਾਰ ਬਹੁਤ ਲੋਕ ਖੜੇ ਆ। ਸ਼ਹੀਦੋਂ ਤੁਹਾਡੀ ਸੋਚ ਤੇ ਕਿਸਾਨ ਸੰਯੁਕਤ ਮੋਰਚਾ ਜਿੱਤੇਗਾ, ਜਿੱਤੇਗਾ, ਜਿੱਤੇਗਾ। ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮੈਂ ਕਹੂੰਗਾ ਅਸੀਂ ਲੜਾਂਗੇ, ਤੁਸੀਂ ਕਹਾਂਗੇ ਜਿੱਤਾਂਗੇ। ਅਸੀਂ ਲੜਾਂਗੇ, ਅਸੀਂ ਲੜਾਂਗੇ। ਸਾਹਿਬ ਰਘਵੀਰ ਸਿੰਘ ਜੀ ਲਖੀਮਪੁਰ ਖੀਰੀ ਤੋਂ ਸ਼ਹੀਦਾਂ ਦੀਆਂ ਅਰਥੀਆਂ ਲੈ ਕੇ ਆਏ ਸਾਰੇ ਸੰਯੁਕਤ ਮੋਰਚੇ ਦੇ ਸੀਨੀਅਰ ਆਗੂ, ਸਾਰਿਆਂ ਨੂੰ ਮਜਾਰੀ ਟੋਲ ਪਲਾਜ਼ਾ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਸਾਨੂੰ ਇਹਨਾਂ ਦੇ ਸ਼ਹੀਦਾਂ ਦੇ ਦਰਸ਼ਨ ਕਰਾਏ ਹੈ। ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਿਹੜੇ ਸ਼ਹੀਦ ਆ ਸਾਡੇ ਨਾਲ ਚੱਲਦੇ ਆ, ਉਹਨਾਂ ਦੀ ਉਦਾਹਰਨ ਪਹਿਲਾਂ ਤੁਹਾਨੂੰ ਬਾਬਾ ਹਰਭਜਨ ਸਿੰਘ ਜੀ ਵੀ ਦੇ ਚੁੱਕਿਆ ਮੈਂ, ਤੇ ਇਸ ਕਰਕੇ ਟਾਈਮ ਕਾਫੀ ਹੈ ਤੇ ਜ਼ਿਆਦਾ ਨਹੀਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜਿਹੜੀ ਵੀ ਸੰਗਤ ਆਲੇ ਦੁਆਲੇ ਇਲਾਕੇ 'ਚ ਹੋਏ ਉਹਨਾਂ ਦਾ ਵੀ ਧੰਨਵਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇੱਥੋਂ ਦੇ ਗ੍ਰੰਥੀ ਸਾਹਿਬਾਨ ਇਸ ਵੇਲੇ ਉਹ ਪੂਰੀਆਂ ਰਸਮਾਂ ਅਦਾ ਕਰਦੇ ਹਨ ਜੋ ਸਿੱਖ ਮਰਿਆਦਾ ਦੇ ਅਨੁਸਾਰ ਸਿੱਖ ਭਾਈਚਾਰੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਆਈ ਹੋਈ ਉਹ ਰਾਤ ਨੂੰ ਬਸ ਇਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਵਿੱਤਰ ਚਰਨਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ, ਆਪ ਜੀ ਦੇ ਹੁਕਮ ਅਨੁਸਾਰ ਜਿਹਾ ਜਿਹੜੀ ਲਿਖਿਆ ਤੇਹਾ ਹੁਕਮ ਕਮਾਏ। ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਵਾਕ ਅਨੁਸਾਰ। ਜ਼ਾਲਮ ਸਰਕਾਰਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਸਤਿਗੁਰੂ ਜੀ ਰੱਦ ਕਰਵਾਉਂਦਿਆਂ ਹੋਇਆਂ ਧਰਨੇ ਦੇ ਵਿੱਚ ਸ਼ਾਂਤਮਈ ਢੰਗ ਨਾਲ ਸਤਿਗੁਰੂ ਜੀ ਰੋਸ ਪ੍ਰਦਰਸ਼ਨ ਕਰਦਿਆਂ ਜ਼ਾਲਮ ਹਕੂਮਤਾਂ ਵੱਲੋਂ ਆਪ ਜੀ ਦੇ ਦਰੋਂ ਕੋਲੋਂ ਬਖਸ਼ੇ ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਨਛੱਤਰ ਸਿੰਘ, ਦਲਜੀਤ ਸਿੰਘ ਅਤੇ ਰਮਨ ਕਸ਼ਪ ਪੱਤਰਕਾਰ ਸਤਿਗੁਰੂ ਜੀ ਤਿੰਨਾਂ ਨੂੰ ਹਕੂਮਤਾਂ ਵੱਲੋਂ ਸ਼ਹੀਦ ਕੀਤਾ ਗਿਆ ਹੈ। ਸਤਿਗੁਰੂ ਜੀ
ਇਹਨਾਂ ਦੇ ਅਸਤ ਲੈ ਕਰਕੇ ਸਮੂਹ ਸੰਗਤਾਂ ਕਿਸਾਨ ਹੋਰ ਸਮੂਹ ਸੰਗਤਾਂ ਆਪ ਜੀ ਦੇ ਪਵਿੱਤਰ ਸਥਾਨ ਪਤਾਲਪੁਰੀ ਸਾਹਿਬ ਪਹੁੰਚੀਆਂ ਨੇ। ਸਤਿਗੁਰੂ ਅਰਦਾਸ ਬੇਨਤੀ ਹੈ ਪਿਛਲੀਆਂ ਰੂਹਾਂ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਜਿਨ੍ਹਾਂ ਭਾਵਨਾਵਾਂ ਨੂੰ ਲੈ ਕਰਕੇ ਕਿਸਾਨ ਪੱਤਰਕਾਰ ਸ਼ਹੀਦ ਹੋਏ, ਭਾਵਨਾਵਾਂ ਸੰਪੂਰਨ ਕਰਕੇ ਕਿਸਾਨਾਂ ਨੂੰ ਫਤਿਹ ਬਖਸ਼ਿਸ਼ ਕਰਨੀ, ਸੰਸਾਰ ਅੰਦਰ ਸੁਖ ਸ਼ਾਂਤੀ ਵਰਤਾਉਣੀ, ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਪੁੱਟਣੀਆਂ। ਸਤਿਗੁਰੂ ਕਿਰਪਾ ਕਰੋ ਇਸ ਸਮੇਂ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦਿਨਾਂ ਦੇ ਅਸਤ ਜਲ ਪ੍ਰਵਾਹ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਤੁਸੀਂ ਦੇਖ ਰਹੇ ਕਿ ਕਿਸਾਨ ਜਥੇਬੰਦੀਆਂ ਦਾ ਕੱਲ ਦਾ ਚੱਲਿਆ ਹੋਇਆ ਕਾਫਲਾ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹੁੰਦਾ ਹੋਇਆ ਸਾਰਾ ਜਲੰਧਰ ਫਲੋਰ ਤੋਂ ਹੁੰਦਾ ਹੋਇਆ ਸਵੇਰ ਦਾ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਗੁਜ਼ਰ ਕੇ ਇਸ ਵੇਲੇ ਇੱਥੇ ਪਹੁੰਚਿਆ ਆ। ਇਸ ਵਕਤ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਤੁਸੀਂ ਦੇਖ ਰਹੇ ਆ ਕਿ ਲਖੀਮਪੁਰ ਖੀਰੀ ਤੋਂ ਲਿਆਂਦੀਆਂ ਹੋਈਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਇਸ ਵੇਲੇ ਜਲ ਪ੍ਰਵਾਹ ਕਰਨ ਲਈ ਇਸ ਵਕਤ ਆਪਣੀਆਂ ਰਸਮਾਂ ਅਦਾ ਕਰ ਰਹੀਆਂ। ਪੂਰਨ ਗੁਰਮਰਿਆਦਾ ਅਨੁਸਾਰ ਅਰਦਾਸ ਹੋਈ ਆ। ਅਰਦਾਸ ਤੋਂ ਬਾਅਦ ਅਸਥੀਆਂ ਜਲ ਪ੍ਰਵਾਹ ਕਰਕੇ ਕਿਸਾਨ ਜਥੇਬੰਦੀਆਂ ਇਸ ਵਕਤ ਲਖੀਮਪੁਰ ਖੀਰੀ ਤੋਂ ਅਸਥੀਆਂ ਲਿਆਂਦੀਆਂ ਹੋਈਆਂ ਜੋ ਉਹਨਾਂ ਅਸਥੀਆਂ ਪ੍ਰਤੀ ਇੱਕ ਸਰਦਾ ਸੁਮਨ ਬਣਦੇ ਸੀ ਉਹ ਅਰਪਿਤ ਕਰਦੇ ਹੋਏ ਸਾਰੇ ਹਲਕੇ ਦੇ ਸਾਰੇ ਇਲਾਕੇ ਸਾਰੇ ਸ਼ਹਿਰ ਦੇ ਵਿੱਚ ਪਾਇਆ ਫਗਵਾੜਾ, ਨਵਾਂਸ਼ਹਿਰ, ਰੋਪੜ, ਬੰਗਾ, ਸ਼ਹੀਦ ਭਗਤ ਸਿੰਘ ਜੀ ਦੇ ਖਟਕੜ ਕਲਾਂ ਤੋਂ ਹੁੰਦੇ ਹੋਏ ਇਸ ਵਕਤ ਅਸਥੀਆਂ ਲੈ ਕੇ ਕਿਸਾਨ ਜਥੇਬੰਦੀਆਂ ਕੀਰਤਪੁਰ ਸਾਹਿਬ ਗੁਰਦੁਆਰੇ ਪਹੁੰਚੀਆਂ ਨੇ ਤੇ ਇਸ ਵੇਲੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ। ਤੁਸੀਂ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਦੀਆਂ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਦੇ ਘਟਨਾ ਦੇ ਵਿੱਚ ਸ਼ਹੀਦ ਹੋਏ ਕਿਸਾਨ ਤੇ ਪੱਤਰਕਾਰ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਨੇ। ਇਸ ਵਕਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸਾਨੀ, ਜੰਗਵੀਰ ਸਿੰਘ ਚੌਹਾਨ ਤੇ ਹੋਰ ਜਥੇਬੰਦੀਆਂ ਸਹਿਯੋਗੀ ਜਿਹੜੀਆਂ ਸੰਯੁਕਤ ਮੋਰਚੇ 'ਚ ਕੰਮ ਕਰਦੀਆਂ ਇਸ ਵੇਲੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਹਨਾਂ ਦੀਆਂ ਅਸਥੀਆਂ ਇਸ ਵੇਲੇ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਇਸ ਵੇਲੇ ਮੌਜੂਦ ਆ ਤੇ ਸਵੇਰ ਦੀ ਬਾਰਿਸ਼ ਹੋ ਰਹੀ ਆ ਪਰ ਫਿਰ ਵੀ ਜਿਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੀਬੀਆਂ ਨੇ, ਭਾਈਆਂ ਨੇ, ਕਿਸਾਨਾਂ ਨੇ ਆਪਣੀ ਸ਼ਰਧਾ ਸੁਮਨ ਅਰਪਿਤ ਕੀਤੀ ਆ ਤੇ ਇਹਨਾਂ ਅਸਥੀਆਂ ਨੂੰ ਨਮਸਕਾਰ ਕੀਤਾ ਹੈ। ਤੁਸੀਂ ਦੇਖ ਰਹੇ ਕਿ ਇਸ ਵਕਤ ਗੁਰਦੁਆਰਾ ਪਤਾਲਪੁਰੀ ਵਿਖੇ ਮਨਜੀਤ ਸਿੰਘ ਰਾਏ ਤੇ ਉਹਨਾਂ ਦੇ ਸਾਥੀਆਂ ਨੇ ਸ਼ਰਧਾ ਸੁਮਨ ਅਰਪਿਤ ਕੀਤੇ ਹਨ। ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਹਨ। ਤੁਸੀਂ ਦੇਖ ਰਹੇ ਕਿ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਸ ਵਕਤ ਗੁਰਦੁਆਰਾ ਪਤਾਲਪੁਰੀ ਵਿਖੇ ਜਲ ਪ੍ਰਵਾਹ ਦੀ ਆਪਣੀ ਰਸਮ ਨਿਭਾ ਕੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਵਿੱਚ ਇਸ ਵੇਲੇ ਨਤਮਸਤਕ ਹੋਣ ਲਈ ਅਰਦਾਸ ਕਰਨ ਲਈ ਇਸ ਵਕਤ ਜਾ ਰਹੀਆਂ ਹਨ। ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਕੀਰਤਪੁਰ ਸਾਹਿਬ ਤੋਂ ਇਸ ਵੇਲੇ ਲਾਈਵ ਤਸਵੀਰਾਂ ਜੋ ਲਖੀਮਪੁਰ ਖੀਰੀ ਦੇ ਘਟਨਾ ਵਿੱਚ ਸਰਕਾਰਾਂ ਦੇ ਛੱਡੀਆਂ ਹੋਈਆਂ ਗੱਡੀਆਂ ਤੋਂ ਬਾਅਦ ਸ਼ਹੀਦ ਹੋ ਜਾਂਦੇ ਨੇ ਤੇ ਸ਼ਹੀਦ ਹੋਣ ਤੋਂ ਬਾਅਦ ਇਹ ਅਸਥੀਆਂ ਸੰਯੁਕਤ ਮੋਰਚੇ ਨੇ ਵੱਖ-ਵੱਖ ਦੇਸ਼ ਦੇ ਕੋਨਿਆਂ ਵਿੱਚ ਭੇਜੀਆਂ ਜਿੱਥੋਂ ਕਿ ਆਪਣੇ ਰੀਤੀ ਰਸਮਾਂ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਨੇ ਜਲ ਪ੍ਰਵਾਹ ਕੀਤੀਆਂ। ਭਾਰਤੀ ਕਿਸਾਨ ਯੂਨੀਅਨ ਦੇ ਵੱਖ-ਵੱਖ ਜਥੇਬੰਦੀਆਂ ਨੇ ਜੋ ਸੰਯੁਕਤ ਮੋਰਚੇ ਵਿੱਚ ਕੰਮ ਕਰਦੀਆਂ ਹਨ ਉਹਨਾਂ ਜਥੇਬੰਦੀਆਂ ਦੇ ਲੀਡਰ ਸਹਿਬਾਨ ਕੱਲ੍ਹ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਸੂਆ, ਮਕੇਰੀਆਂ, ਟਾਂਡਾ, ਭੋਗਪੁਰ, ਜਲੰਧਰ, ਫਗਵਾੜਾ, ਫਲੌਰ, ਲਾਡੋਵਾਲ ਹੁੰਦੇ ਹੋਏ ਇਸ ਵਕਤ ਵੱਖ-ਵੱਖ ਸ਼ਹਿਰਾਂ ਦਾ ਖਟਕੜ ਕਲਾਂ, ਨਵਾਂਸ਼ਹਿਰ ਤੇ ਨੂਰਪੁਰ ਬੇਦੀ ਹੁੰਦਿਆਂ ਹੋਇਆਂ ਗੁਰਦੁਆਰਾ ਪਤਾਲਪੁਰੀ ਇਸ ਵੇਲੇ ਪਹੁੰਚ ਚੁੱਕੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਪੂਰਨ ਗੁਰਮਰਿਆਦਾ ਦੇ ਅਨੁਸਾਰ ਇਸ ਵਕਤ ਅਸਥੀਆਂ ਜਿਹੜੀਆਂ ਆ ਉਹ
ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਹਨ। ਇਸ ਵੇਲੇ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਦਰਬਾਰ ਦੇ ਵਿੱਚ ਅਰਦਾਸ ਲਈ ਜਾ ਰਹੀਆਂ ਹਨ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਇਸ ਵਾਰ ਅਸੀਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਮੌਜੂਦ ਹਾਂ। ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿੱਥੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਸ਼ਹੀਦ ਹੋ ਜਾਂਦੇ ਨੇ। ਉਹਨਾਂ ਦੀਆਂ ਅਸਥੀਆਂ, ਉਹਨਾਂ ਦੇ ਕਹਿ ਸਕਦੇ ਕਲਸ ਲੈ ਕੇ ਇਸ ਵਾਰ ਸੰਯੁਕਤ ਮੋਰਚੇ ਦੇ तमाम ਲੀਡਰ ਸਾਹਿਬਾਨ ਪੂਰੇ ਦੁਆਬੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਜਲੰਧਰ ਤੋਂ ਹੁੰਦੇ ਹੋਏ ਫਲੋਰ ਲਾਡੋਵਾਲ ਤੋਂ ਹੁੰਦੇ ਹੋਏ ਅੱਜ ਸਵੇਰ ਦੇ ਬਾਇਆ ਫਗਵਾੜਾ ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਦੇ ਉੱਪਰ ਨਤਮਸਤਕ ਹੁੰਦੇ ਹੋਏ ਇਸ ਵਕਤ ਅਸਥੀਆਂ ਜਲ ਪ੍ਰਵਾਹ ਕਰਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੌਜੂਦ ਹੈ। ਸਾਡੇ ਨਾਲ ਇਸ ਵੇਲੇ ਸਰਦਾਰ ਮਨਜੀਤ ਸਿੰਘ ਜੀ ਰਾਏ ਭਾਰਤੀ ਕਿਸਾਨ ਜੀ ਦੁਆਬਾ ਦੇ ਪ੍ਰਧਾਨ ਮੌਜੂਦ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦਾ ਜਿਹੜਾ ਅਸਥੀਆਂ ਜਲ ਪ੍ਰਵਾਹ ਕਰਨ ਦਾ ਪ੍ਰੋਗਰਾਮ ਸੰਯੁਕਤ ਮੋਰਚੇ ਵੱਲੋਂ ਲੀਕਿਆ ਗਿਆ ਸੀ ਤੇ ਇਹ ਪ੍ਰੋਗਰਾਮ ਅੱਜ ਬਾਰਿਸ਼ ਦੇ ਬਾਵਜੂਦ ਜਿਹੜਾ ਅੱਜ ਸਮੇਂ ਸਿਰ ਉਹਨੀ ਨੇਪਰੇ ਚਾੜਿਆ ਆ। ਉਹਨਾਂ ਨਾਲ ਕਰਦੇ ਗੱਲਬਾਤ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਹੋਰ ਕਿਹੜੇ ਪ੍ਰੋਗਰਾਮ ਲੀਕੇ ਗਏ ਨੇ। ਰਾਏ ਸਾਹਿਬ ਤੁਹਾਡਾ ਨਿੱਘਾ ਜੀ ਆਇਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਰਾਏ ਸਾਹਿਬ, ਜਿਹੜੀਆਂ ਅਸਥੀਆਂ ਲਖੀਮਪੁਰ
ਲਖੀਮਪੁਰ ਦੀ ਖੀਰੀ ਦੀ ਧਰਤੀ ਤੋਂ ਲੈ ਕੇ ਤੁਸੀਂ ਆਏ ਸੀ, ਪੂਰੇ ਦੇਸ਼ ਵਿੱਚ ਇਹ ਜਲ ਪ੍ਰਵਾਹ ਵੱਖ-ਵੱਖ ਰੀਤੀ ਰਿਵਾਜਾਂ ਦੇ ਨਾਲ ਕੀਤੀਆਂ ਗਈਆਂ। ਅੱਜ ਸਿੱਖੀ ਰੋਹ ਰੀਤਾਂ ਦੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਹਾਂ ਗੁਰਦੁਆਰਾ ਕੀਰਤਪੁਰ ਸਾਹਿਬ। ਕੀ ਲੱਗ ਰਿਹਾ ਕਿ ਜਿਹੜਾ ਤੁਹਾਡਾ ਕੱਲ੍ਹ ਦਾ ਇਹ ਯਾਤਰਾ ਚੱਲ ਰਹੀ ਸੀ ਸੰਯੁਕਤ ਮੋਰਚੇ ਦੇ ਵਿੱਚ, ਜਿਸ ਤਰ੍ਹਾਂ ਹਮਦਰਦੀ ਅੱਜ ਨਤਮਸਤਕ ਲੋਕ ਹੋਏ ਨੇ, ਖਾਸ ਕਰਕੇ ਫਗਵਾੜਾ, ਨਵਾਂ ਸ਼ਹਿਰ ਤੇ ਬਾਕੀ ਸ਼ਹਿਰਾਂ ਦੇ ਵਿੱਚ, ਸੰਯੁਕਤ ਮੋਰਚੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਕੋਈ ਰੂਪਰੇਖਾ ਅੰਦੋਲਨ ਦੀ ਬਣਾਉਣੀ ਪਏਗੀ ਜਾਂ ਕਿੱਦਾਂ ਦੀ ਕਾਲ ਦੇਣੀ ਪਏਗੀ? ਦੇਖੋ, ਲਗਭਗ ਸੰਯੁਕਤ ਮੋਰਚੇ ਦੀ ਜਿਸ ਦਿਨ ਇਹ ਤਸ਼ੱਦਦ ਕੀਤਾ ਗਿਆ ਯੂਪੀ ਦੇ ਵਿੱਚ, ਉਸ ਤੋਂ ਬਾਅਦ ਤੁਰੰਤ ਮੀਟਿੰਗ ਬੁਲਾ ਕੇ ਤਾਂ ਸਰਕਾਰ ਨੂੰ ਬਿਲਕੁਲ ਅਲਰਟ ਕੀਤਾ ਗਿਆ ਭਈ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ। ਕੋਈ ਵੱਡੀ ਕਾਲ ਦਿੱਤੀ ਗਈ ਤੇ ਫਿਰ 18 ਤਰੀਕ ਦੀ ਕਾਲ ਦਿੱਤੀ ਗਈ ਸੀ ਭਈ ਜੇਕਰ ਉਹ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ, ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈਗਾ, ਉਹਨੂੰ ਬਰਖਾਸਤ ਕੀਤਾ ਜਾਵੇ ਔਰ ਉਸ ਦੇ ਜਿਹੜਾ ਬੇਟੇ ਦੀ ਅਰੈਸਟ ਪਾਈ ਜਾਵੇ, ਉਹਦੀ ਵੀ 120 ਦੇ ਵਿੱਚ ਅਰੈਸਟ ਪਾਈ ਜਾਵੇ। ਸੋ ਉਹ ਜਿਹੜੀ 18 ਤਰੀਕ ਦੀ ਕਾਲ ਸੀ ਉਹਦੇ ਬੇਟੇ ਦੀ ਅਰੈਸਟ ਤਾਂ ਪਾਤੀ ਗਈ। ਜਿਹੜਾ ਆਸ਼ੀਸ਼ ਮਿਸ਼ਰਾ ਟਹਿਣੀ ਹੈ ਉਹਨੂੰ ਤਾਂ ਪੁਲਿਸ ਨੇ ਅਰੈਸਟ ਕਰ ਲਿਆ, ਪਰ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ ਉਹਦਾ ਹਾਲੇ ਤੱਕ ਉਹਨਾਂ ਦੇ ਕੋਲੋਂ ਬਰਖਾਸਤ ਨਹੀਂ ਕੀਤਾ ਗਿਆ, ਉਹਨੂੰ ਉਹਦੇ ਪਦ ਤੋਂ ਲਾਇਆ ਨਹੀਂ ਗਿਆ। ਜਿੰਨਾ ਚਿਰ ਉਹ ਪਦ ਤੇ ਬੈਠਾ ਉਹਨਾਂ ਚਿਰ ਕੋਈ ਜਾਂਚ ਜਿਹੜੀ ਆ ਉਹ ਨਿਰਪੱਖ ਨਹੀਂ ਹੋ ਸਕਦੀ, ਕਿਉਂਕਿ ਉਹ ਗ੍ਰਹਿ ਮੰਤਰਾਲੇ ਦੇ ਵਿੱਚ ਹੈਗਾ, ਡਿਪਟੀ ਮਿਨਿਸਟਰ ਹੈ ਕੇਂਦਰ ਦੇ ਵਿੱਚ। ਸੋ ਉਹ ਸਾਡੀ ਮੰਗ ਹੈ ਕਿ ਉਹਨੂੰ ਜਿਹੜਾ ਹੈਗਾ ਉਹਦੇ ਪਦ ਤੋਂ ਲਾਇਆ ਜਾਵੇ ਔਰ 120, ਕਿਉਂਕਿ ਉਹਦਾ ਕੁਝ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕੌਣ ਆ, ਜੇ ਮੈਂ ਚਾਹਾਂ ਤਾਂ 2 ਮਿੰਟ ਦੇ ਵਿੱਚ ਮੈਂ ਖਾਲੀ ਕਰਾ ਦਿਆਂ। ਉਹ ਸਾਰਾ ਕੁਝ ਜੋ ਉਹਦੀ ਬਾਣੀ ਸੀ ਉਹਨੇ ਉਕਸਾਇਆ ਲੋਕਾਂ ਨੂੰ। ਸੋ ਸਾਜ਼ਿਸ਼ ਕਰਤਾ ਅਸਲੀ ਜਿਹੜਾ ਹੈ ਉਹ ਅਜੇ ਮਿਸ਼ਰਾ ਟਹਿਣੀ ਹੈ। ਸੋ ਉਹਦੀ ਸਾਜ਼ਿਸ਼ ਦੇ ਤਹਿਤ ਹੀ ਇਹ ਜਿਹੜਾ ਤਸ਼ੱਦਦ ਕੀਤਾ ਗਿਆ, ਸਾਡੇ 5 ਕਿਸਾਨਾਂ ਨੂੰ ਕੁਚਲ ਦਿੱਤਾ ਗਿਆ। ਬੇਸ਼ੱਕ ਅਸੀਂ ਰਮਨ ਕਸ਼ਯਪ ਨੂੰ ਪੱਤਰਕਾਰ ਮੰਨਦੇ ਹਾਂ, ਪਰ ਉਹ ਵੀ ਕਿਸਾਨ ਦਾ ਪੁੱਤਰ ਹੈ। ਉਹਨਾਂ ਦੇ ਘਰ ਜਾ ਕੇ ਆਏ, ਉਹਦੇ ਪਿਤਾ ਵੀ ਖੇਤੀ ਕਰਦੇ ਨੇ, ਉਹਦੇ ਚਾਚੇ ਤਾਏ ਵੀ ਖੇਤੀ ਕਰਦੇ ਨੇ, ਉਹਦੇ ਭਰਾ ਵੀ ਖੇਤੀ ਕਰਦੇ ਨੇ। ਸੋ ਇਸ ਕਰਕੇ ਉਹ ਵੀ ਕਿਸਾਨ ਪੁੱਤਰ ਹੀ ਸੀ। ਸੋ 5 ਕਿਸਾਨ ਪੁੱਤਰਾਂ ਨੂੰ ਉਹਨਾਂ ਨੇ ਕੁਚਲ ਦਿੱਤਾ ਗੱਡੀਆਂ ਦੇ ਥੱਲੇ, ਵੱਡਾ ਜ਼ਬਰ ਕੀਤਾ। ਸੋ ਅਸੀਂ ਉਹਦੇ ਤੇ 18 ਤਰੀਕ ਦੀ ਕਾਲ ਤੀ, ਉਹ ਸਕਸੈਸ ਰਹੀ। ਹੁਣ ਸਾਡੀ ਜਿਹੜੀ ਅਗਲੀ ਕਾਲ, ਕਿਉਂਕਿ ਉਹਦੇ ਵਿੱਚ ਇੱਕ ਹਾਦਸਾ ਉੱਥੇ ਵਾਪਰ ਗਿਆ ਸਿੰਘ ਬਾਰਡਰ ਤੇ, ਸੋ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ। ਹੁਣ ਕੋਈ ਅਗਲੀ ਮੀਟਿੰਗ ਸੱਦ ਕੇ ਅਸੀਂ ਸੰਯੁਕਤ ਮੋਰਚੇ ਦੀ ਕੋਈ ਵੱਡੀ ਕਾਲ ਦੇਵਾਂਗੇ ਤਾਂ ਕਿ ਉਹਦਾ ਜਿਹੜਾ ਉਹਨੂੰ ਉਹਦੇ ਪਦ ਤੋਂ ਲਾਇਆ ਜਾ ਸਕੇ, ਗ੍ਰਹਿ ਮੰਤਰਾਲੇ ਤੋਂ ਉਹਨੂੰ ਲਾਇਆ ਜਾਵੇ ਔਰ ਸੈਕੰਡ ਜਿਹੜਾ ਉਹਨੂੰ ਉਹਦੀ ਅਰੈਸਟ ਪਾਈ ਜਾਵੇ। ਜੀ ਰਾਏ ਸਾਹਿਬ, ਨੈਤਿਕਤਾ ਸ਼ਬਦ ਜਿਹੜਾ ਆ ਉਹ ਭਾਰਤ ਦੀ ਰਾਜਨੀਤੀ ਵਿੱਚ ਇੱਕ ਖਾਸ ਮਹੱਤਤਾ ਰੱਖਦਾ। ਵੱਡੇ ਵੱਡੇ ਲੀਡਰ ਆ ਉਹ ਨੈਤਿਕਤਾ ਦੇ ਆਧਾਰ ਤੇ ਕਈ ਵਾਰੀ ਅਸਤੀਫਾ ਅਸੀਂ ਦਿੰਦੇ ਦੇਖੇ ਜਦੋਂ ਵੀ ਕੋਈ ਘਟਨਾ ਦੀ ਉਹਨਾਂ ਦੀ ਜ਼ਿੰਮੇਵਾਰੀ ਲੱਗ ਜਾਵੇ। ਭਾਰਤ ਦਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਜੇ ਵੀ ਭਾਰਤ ਦੇ ਕੈਬਨਿਟ ਦੇ ਵਿੱਚ ਬੈਠਾ, ਮੋਦੀ ਸਰਕਾਰ ਦੇ ਵਿੱਚ ਬੈਠਾ, ਉਹਦਾ 120 ਦੇ ਵਿੱਚ ਉਸੇ ਪਰਚੇ 'ਚ ਨਾ ਆਇਆ, ਅਜੇ ਤੱਕ ਅਸਤੀਫਾ ਨਹੀਂ ਹੋ ਰਿਹਾ। ਇਹ ਨੈਤਿਕਤਾ ਦੇ ਹਿਸਾਬ ਨਾਲ ਕਿੱਦਾਂ ਦੇਖਦੇ ਤੁਸੀਂ? ਨਹੀਂ, ਇਹ ਜਿਹੜੀ ਸਰਕਾਰ ਹੈ ਇਸ ਲਈ ਕੇਂਦਰ 'ਚ ਬੈਠੀ ਹੈ, ਇਹ ਵੱਡੇ ਜ਼ਬਰ ਵਾਲੀ ਸਰਕਾਰ ਹੈ। ਨੈਤਿਕਤਾ ਵਾਲੀ ਗੱਲ ਤਾਂ ਇਹਨਾਂ ਕੋਲੋਂ ਕਿਹੜਾ ਆਸ਼ਾ ਕਰ ਸਕਦਾ ਹੈ? ਇਹ ਤਾਂ ਤਸ਼ੱਦਦ ਕਰ ਰਹੇ ਨੇ ਲੋਕਾਂ ਤੇ, ਹੰਕਾਰੀ ਨੇ, ਬਹੁਮਤ ਮਿਲ ਗਿਆ ਔਰ ਜ਼ਬਰ ਦੇ ਨਾਲ ਲੋਕਤੰਤਰ ਦਾ ਕਾਣ ਕਰਕੇ, ਲੋਕਤੰਤਰ ਨੂੰ ਤੋੜ ਕੇ, ਸਾਡੇ ਸੰਵਿਧਾਨ ਨੂੰ ਤੋੜ ਮਰੋੜ ਕੇ, ਜਿਹੜੇ ਦੇਖੋ ਤੁਸੀਂ ਪਹਿਲਾਂ 3 ਖੇਤੀ ਕਾਨੂੰਨ ਲਿਆਂਦੇ ਨੇ ਸੰਵਿਧਾਨ ਨੂੰ ਤੋੜ ਮਰੋੜ ਕੇ, ਕਿਉਂਕਿ ਸਟੇਟ ਸਬਜੈਕਟ ਹੈ। ਜਿਹੜਾ ਸਾਡਾ ਕਲਚਰ ਸਬਜੈਕਟ ਹੈ, ਸਟੇਟ ਸਬਜੈਕਟ ਹੈ। ਜਿਹੜਾ ਖੇਤੀ ਕੀਤਾ ਸੂਬੇ ਦੇ ਅਧਿਕਾਰ ਖੇਤਰ 'ਚ ਹੈ। ਸੋ ਇਹਨੂੰ ਭੰਨ ਤੋੜ ਕੇ ਉਹ ਆਪਣਾ ਇਹਦੇ ਵਿੱਚ ਦਖਲ ਕੀਤਾ ਉਹਨੇ ਸਿੱਧੇ ਤੌਰ ਤੇ। ਹੁਣ ਤੁਸੀਂ ਦੇਖੋ ਭਈ ਜਦੋਂ ਤੇ ਗੱਲ ਆਉਂਦੀ ਆ ਕੋਈ ਬੀਜੇਪੀ ਦੇ ਘਰਾਓ ਦੀ, ਤਾਂ ਹੋਰ ਤਾਂ ਫੇਰ ਤਾਂ ਬੜਾ ਬੀਜੇਪੀ ਵਾਲੇ ਬੁਖਲਾਹਟ ਚਾਹੁੰਦੇ ਨੇ ਜੀ ਇਹ ਸੰਵਿਧਾਨ ਕਿੱਥੇ ਗਿਆ, ਲੋਕਤੰਤਰ ਕਿੱਥੇ ਗਿਆ। ਤੇ ਜਦੋਂ ਉਹ ਤਸ਼ੱਦਦ ਕਰਦੇ ਨੇ, ਅੱਜ ਦੇਖੋ ਨਰਿੰਦਰ ਮੋਦੀ ਚੁੱਪ ਬੈਠਾ, ਅਮਿਤ ਸ਼ਾਹ ਚੁੱਪ ਬੈਠਾ, ਪੂਰੀ ਬੀਜੇਪੀ ਚੁੱਪ ਬੈਠੀ ਆ। ਉਹਦਾ ਰਿਕਾਰਡਡ ਬਿਆਨ ਹੈ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ, ਔਰ ਉਸ ਬਿਆਨ ਨੂੰ ਦੇਖ ਕੇ, ਪੜ੍ਹ ਕੇ, ਸੁਣ ਕੇ ਫਿਰ ਵੀ ਤੁਸੀਂ ਦੇਖੋ ਵੀ ਚੁੱਪ ਬੈਠੇ ਨੇ। ਇਹਦਾ ਮਤਲਬ ਕੀ ਹੈ? ਇਹ ਜਾਬਰ ਸਰਕਾਰ ਹੈ। ਇਹ ਬਿਲਕੁਲ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਨਾਲੋਂ ਉੱਪਰ ਦਾ ਤਸ਼ੱਦਦ ਇਹਨਾਂ ਨੇ ਸ਼ੁਰੂ ਕਰਤਾ। ਥੋੜ੍ਹੀ ਬਹੁਤ ਵੀ ਇਨਸਾਨੀਅਤ ਨਾਂ ਦੀ ਇਹਨਾਂ ਦੇ ਕੋਲ ਕੋਈ ਗੱਲ ਨਹੀਂ ਹੈ। ਗੁਰਮੀਤ ਸਿੰਘ ਪਿੰਕੀ ਦੀਆਂ ਤਸਵੀਰਾਂ ਪੇਸ਼ ਹੋ ਗਈਆਂ ਕਿ ਭਾਰਤ ਸਰਕਾਰ ਦੇ ਖੇਤੀ ਮੰਤਰੀ ਦੇ ਨਾਲ ਉਹ ਮੀਟਿੰਗਾਂ ਕਰਦੇ ਰਹੇ ਆ। ਸਿੰਘੂ ਮੋਰਚੇ ਦੇ ਵਿੱਚ ਵੀ ਉੱਥੇ ਸ਼ਮੂਲੀਅਤ ਉਹਨਾਂ ਦੀ ਮੰਨੀ ਗਈ ਆ ਤੇ ਕੁਝ ਜਥੇਬੰਦੀਆਂ ਦੇ ਨਾਲ ਉਹਨਾਂ ਦੇ ਲਿੰਕ ਪਾਏ ਗਏ ਆ। ਕੀ ਸਰਕਾਰਾਂ ਦੀਆਂ ਏਜੰਸੀਆਂ ਜਿਹੜੀਆਂ ਆ ਮੋਰਚੇ ਨੂੰ ਫੇਲ ਕਰਨ ਲਈ ਜਿਹੜੇ ਆਪਣੀ ਚਾਲਾਂ ਚੱਲ ਰਹੀਆਂ ਸੀ, ਕੀ ਉਹ ਕਾਮਯਾਬ ਹੋ ਰਹੀਆਂ ਪਿੱਛੇ? ਵੇਖੋ, ਇਹ ਮੋਰਚੇ ਨੂੰ ਕਮਜ਼ੋਰ ਕਰਨ ਲਈ, ਫੇਲ ਕਰਨ ਲਈ ਇਹ ਸਰਕਾਰ ਕੁਝ ਵੀ ਕਰ ਸਕਦੀ ਹੈ। ਇਹ ਜੇਕਰ ਸੱਤਾ ਹਾਸਲ ਕਰਨ ਨੂੰ ਪੁਲਵਾਮਾ ਦੇ ਵਿੱਚ 40 ਸਾਡੇ ਜਵਾਨਾਂ ਨੂੰ ਸ਼ਹੀਦ ਕਰਾ ਸਕਦੇ ਨੇ,
ਐਡਾ ਜ਼ਬਰ ਕੀਤਾ ਇਹਨਾਂ ਨੇ। ਜਿਹੜੇ ਸਾਡੀ ਸਰਹੱਦਾਂ ਦੀ ਰਾਖੀ ਕਰਦੇ ਨੇ, ਜਿਨ੍ਹਾਂ ਨੇ ਰਾਖੀ ਕਰਨੀ ਆ ਦੂਸਰੀਆਂ ਕੰਟਰੀਆਂ ਦਾ ਜਿਹੜਾ ਕੋਈ ਸਾਡੇ ਤੇ ਕਹਿ ਟੈਣਾ, ਉਹਨੂੰ ਰੋਕਣ ਵਾਸਤੇ ਉਹਨਾਂ ਦੀ ਇਹ ਸ਼ਹਾਦਤ ਕਰਾ ਸਕਦੇ ਨੇ। ਤਾਂ ਇਹਨਾਂ ਵਾਸਤੇ ਭਾਰਤ ਦੇ ਲੋਕਾਂ ਨੂੰ ਕੁਚਲਣਾ, ਦਬਣਾ ਔਰ ਭਾਰਤ ਦੇ ਲੋਕਾਂ ਤੇ ਜ਼ਬਰ ਕਰਨਾ, ਲੋਕਾਂ ਦੇ ਹੱਕ ਖੋਹਣੇ, ਇਹ ਮਾਮੂਲੀ ਗੱਲ ਇਹਨਾਂ ਲੋਕਾਂ ਲਈ। ਸੋ ਇਹ ਲੋਕ ਜਿਹੜੇ ਨੇ ਸੱਤਾ 'ਚ ਕਾਬਜ਼ ਨਹੀਂ ਰਹਿਣੇ ਚਾਹੀਦੇ। ਇਹ ਹਮੇਸ਼ਾ ਹੀ ਨੁਕਸਾਨ ਕਰਨਗੇ ਦੇਸ਼ ਦਾ। ਔਰ ਇਹ ਭਾਰਤ ਦਾ ਤਾਂ ਤੁਸੀਂ ਇੱਕ ਲਾ ਲਓ ਵੀ ਭਾਰਤ ਅੱਜ ਜਿਹੜਾ ਸਾਡਾ ਦੇਸ਼ ਹੈ, ਭਾਰਤ ਦੀ ਹਰ ਇੱਕ ਚੀਜ਼ ਇਹਨਾਂ ਨੇ ਵਿਕਰੀ ਤੇ ਲਾਤੀ। ਤੁਸੀਂ ਦੇਖੋ 에ਅਰਪੋਰਟ ਗਿਰਵੇ ਰੱਖਤੇ ਆ, ਤੁਸੀਂ ਇਹ ਦੇਖ ਲਓ ਵੀ ਜਿਹੜੀਆਂ ਟ੍ਰੇਨਾਂ ਆ ਉਹ ਗਿਰਵੇ ਰੱਖਤੀਆਂ, ਉਹ ਅਡਾਨੀ ਟ੍ਰੇਨ ਚੱਲ ਪਈ। ਈਵਨ ਇੱਥੇ ਤੱਕ ਹੋ ਗਿਆ ਅਸੀਂ ਹਾਲਾਂਕਿ ਸਾਡੇ ਮਾਨਸਿਕ ਪੱਖੋਂ ਅਸੀਂ ਉਹਨਾਂ ਦੇ ਵਿਰੋਧੀ ਰਹੇ ਹੁਣ ਤੱਕ ਸ਼ਿਵ ਸੈਨਾ ਦੇ, ਕਿਉਂਕਿ ਉਹ ਆਪਣੇ ਧਰਮ ਦੀ ਰਾਖੀ ਕਰਦੇ ਨੇ, ਅਸੀਂ ਆਪਣੇ ਦੀ ਕਰਦੇ ਹਾਂ। ਪਰ ਮੈਂ ਇਹ ਗੱਲ ਕਹਾਂਗਾ, ਜਿਸ ਦਿਨ 26 ਜਨਵਰੀ ਨੂੰ ਇਹਨਾਂ ਨੇ ਰੌਲਾ ਪਾਇਆ ਜੀ ਤਿਰੰਗੇ ਦਾ ਅਪਮਾਨ ਹੋ ਗਿਆ, ਤਿਰੰਗੇ ਦਾ ਅਪਮਾਨ ਹੋ ਗਿਆ, ਉਦੇ ਠਾਕਰੇ ਜਿਹੜਾ ਸ਼ਿਵ ਸੈਨਾ ਦਾ ਪ੍ਰਧਾਨ, ਉਹਦਾ ਬਿਆਨ ਆਇਆ ਬਕਾਇਦਾ ਵੀ ਕਿਤੇ ਅਪਮਾਨ ਨਹੀਂ ਹੋਇਆ। ਹਾਲਾਂਕਿ ਜਿਹੜਾ ਇਹ ਮੰਨਦੇ ਆ ਕਿ ਪੂਰੇ ਭਾਰਤ ਦੇ ਵਿੱਚ ਆਪਣੇ ਆਪ ਨੂੰ ਉਹ ਜਿਹੜੇ ਕੱਟੜ ਮੰਨਦੇ ਆ ਕਿ ਅਸੀਂ ਰਾਖੇ ਆ ਜੀ ਕੇਵਲ ਹਿੰਦੂ ਧਰਮ ਦੇ। ਪਰ ਮੈਂ ਕਹਾਂਗਾ ਸਾਡੀ ਕੌਮ ਨੇ ਹਮੇਸ਼ਾ ਹਿੰਦੂ ਧਰਮ ਦੀ ਵੀ, ਸਾਰਿਆਂ ਧਰਮਾਂ ਦੀ ਰਾਖੀ ਕੀਤੀ ਹੈ। ਔਰ ਬਿਲਕੁਲ ਕੋਈ ਇਦਾਂ ਦਾ ਦੇਸ਼ ਦੇ ਵਿੱਚ ਕਿਸੇ ਧਰਮ ਨੂੰ ਵੀ ਕੋਈ ਜ਼ਬਰ ਦੇ ਵਿੱਚ ਲੈ ਕੇ ਜਾਵੇ ਜਾਂ ਉੱਤੇ ਜ਼ਬਰ ਕਰੇ, ਉਹਦੇ ਮੂਹਰੇ ਖੜੋਏ ਨੇ। ਅੱਜ ਜੇਕਰ ਕੋਈ ਗੱਲ ਭਾਰਤ ਦੇ ਉੱਪਰ ਖਲੋਈ ਹੈ, ਅੱਜ ਇਹ ਲੋਕ ਜਿਹੜੇ ਨੇ ਇਹ ਕਾਲੇ ਗੋਰੇ ਆ ਕੇ ਖੜ ਗਏ। ਇੱਕ ਤਾਂ ਚਿੱਟੇ ਗੋਰੇ ਸਨ 1947 'ਚ ਭਜਾਏ, ਔਰ ਇਹ ਜਿਹੜੇ ਕਾਲੇ ਗੋਰੇ ਆ ਕੇ ਖੜ ਗਏ, ਉਹਨੇ ਵੀ ਆ ਕੇ ਆਰਥਿਕ ਪੱਖੋਂ ਗੁਲਾਮ ਕੀਤਾ ਸੀ, ਵਪਾਰ ਦੇ ਨਾਂ ਤੇ ਆਏ ਸਨ। ਇਹ ਵੀ ਹੁਣ ਵਪਾਰ ਕਰ ਰਹੇ ਨੇ। ਅੰਤਰ ਕੋਈ ਨਹੀਂ, ਸਿਰਫ ਫਰਕ ਇੰਨਾ ਕੁ ਬਦਲਿਆ ਕਿ ਭਾਰਤ ਮੂਲ ਦੇ ਨੇ, ਉਹ ਬਾਹਰ ਹੋ ਕਿਤੋਂ ਆਏ ਸਨ। ਸੋ ਇਹ ਉਹਨਾਂ ਨੂੰ ਵੀ ਭੈੜੇ ਨੇ। ਸਾਰੇ ਧਰਮਾਂ ਵਿੱਚ ਇਨਸਾਨੀਅਤ ਨੂੰ ਉੱਪਰ ਮੰਨਿਆ ਗਿਆ, ਖਾਸ ਕਰਕੇ ਸਿੱਖ ਧਰਮ ਵਿੱਚ ਇਸ ਗੱਲ ਦਾ ਸਥਾਨ ਆ ਕਿ ਜੋ ਤੁਹਾਡਾ ਦੁਸ਼ਮਣ ਵੀ ਤੁਹਾਡਾ ਦੁਨੀਆ ਛੱਡ ਜਾਂਦਾ ਤਾਂ ਉਹਦੀ ਦਰੀ ਤੇ ਜਾ ਕੇ ਬੈਠਣਾ ਆਪਾਂ ਮੰਨਦੇ ਹਾਂ। ਜੋਗਿੰਦਰ ਯਾਦਵ ਜੇ ਭਾਜਪਾ ਦੇ ਮਰੇ ਹੋਏ ਜਿਹੜੇ ਉੱਥੇ ਲਖੀਮਪੁਰ ਦੇ ਵਿੱਚ ਬੰਦੇ ਦੇ ਘਰ ਅਫਸੋਸ ਕਰਨ ਚਲੇ ਗਿਆ ਤਾਂ ਸੰਯੁਕਤ ਮੋਰਚੇ ਨੇ ਉਹਨੂੰ ਫਿਰ ਸਸਪੈਂਡ ਕਾਹਤੇ ਕਰਤਾ? ਦੇਖੋ ਇੱਕ ਵੱਡੀ ਗੱਲ ਹੈ ਇਹ, ਇੱਕ ਸਾਹਮਣੇ ਸਾਡੇ ਦੁਸ਼ਮਣ ਖੜਾ ਵੱਡਾ ਦੁਸ਼ਮਣ। ਫਿਰ ਮੈਂ ਤਾਂ ਉਹ ਕਹੂੰਗਾ ਵੀ ਕੱਲ ਜੇਕਰ ਉਹ ਅਜੇ ਮਿਸ਼ਰਾ ਟਹਿਣੀ ਕਿਤੇ ਹੱਥ ਆ ਜਾਂਦਾ ਉੱਥੇ ਕਿਸਾਨਾਂ ਦੇ, ਜਾਂ ਉਹ ਅਕਰੋਸ਼ ਚਾਹੇ ਕਿਸਾਨਾਂ ਨੇ, ਕਿਉਂਕਿ ਦੇਖੋ ਇੱਕ 306 ਧਾਰਾ ਬਣੀ ਹੈ। ਜੇ ਕੋਈ ਆਤਮ ਹੱਤਿਆ ਕਰਦਾ ਤੇ ਉਹਨੂੰ ਉਕਸਾਉਣ ਵਾਲੇ ਤੇ ਲੱਗਦੀ ਆ ਉਹ 306। ਕਹਿਣ ਦਾ ਭਾਵ ਸਾਡੇ ਸੰਵਿਧਾਨ ਦੇ ਵਿੱਚ ਇਹ ਕਲੌਜ਼ ਲਿਖਿਆ ਗਿਆ ਕਿ ਆਪਣੇ ਸੈਲਫ ਡਿਫੈਂਸ ਲਈ, ਆਪਣੇ ਬਚਾਓ ਲਈ ਜੇ ਕਿਤੇ ਕਤਲ ਹੋ ਜਾਂਦਾ ਤੇ ਉਹਨੂੰ ਕਤਲ ਨਹੀਂ ਮੰਨਿਆ ਜਾਂਦਾ। ਸੋ ਇਹ ਸਾਡੇ ਲੋਕਾਂ ਨੇ ਆਪਣੇ ਬਚਾਓ 'ਚ ਕੀਤਾ ਉਹ ਜੋ ਕੀਤਾ ਉਹ ਉਸ ਵੇਲੇ, ਕਿਉਂਕਿ ਜਿਹੜੇ ਉਹ ਗੱਡੀਆਂ ਜਿਵੇਂ ਚੜਾ ਰਹੇ ਸਨ, ਜੇ ਉਹਨਾਂ ਨੂੰ ਨਾ ਉਹ ਰੋਕਦੇ ਨਾ ਪਕੜਦੇ ਤੇ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਹੋਰ ਕਿਸਾਨ ਸ਼ਹੀਦ ਕਰਨੇ ਸਨ। ਸੋ ਉਹ ਸੈਲਫ ਡਿਫੈਂਸ 'ਚ ਹੋਇਆ ਸੀਗਾ ਕੰਮ। ਪਰ ਜਿਹੜਾ ਜੋਗਿੰਦਰ ਯਾਦਵ ਦਾ ਉਹਨਾਂ ਦੇ ਘਰੇ ਜਾਣਾ, ਕਿਉਂਕਿ ਅਸੀਂ ਬੀਜੇਪੀ ਦਾ ਪੂਰਨ ਬਾਈਕਾਟ ਕੀਤਾ ਹੋਇਆ, ਸਮਾਜਿਕ ਬਹਿਸ਼ਕਾਰ ਕੀਤਾ ਹੋਇਆ, ਔਰ ਉਹ ਬੀਜੇਪੀ ਨਾਲ ਸਾਂਝ ਪਾ ਰਹੇ ਨੇ ਜਾ ਕੇ ਜੋਗਿੰਦਰ ਯਾਦਵ। ਫਿਰ ਇਹਦਾ ਮਤਲਬ ਕੀ ਮੰਨੀਏ? ਜੇ ਜਾਂ ਤਾਂ ਉਹਨਾਂ ਨੂੰ ਅਸੀਂ ਇੱਕੋ ਗੱਲ ਕਹੀ, ਜਦੋਂ ਉਹਨਾਂ ਨੇ ਕਿਹਾ ਜੀ ਮੈਂ ਤਾਂ ਸਿਧਾਂਤਵਾਦੀ ਹਾਂ, ਅਸੀਂ ਕਿਹਾ ਫਿਰ ਸਾਡਾ ਸੰਯੁਕਤ ਮੋਰਚੇ ਦਾ ਵੀ ਸਿਧਾਂਤ ਹੈ। ਜੇ ਸੰਯੁਕਤ ਮੋਰਚੇ ਦੇ ਸਿਧਾਂਤ ਨਾਲ ਤੁਸੀਂ ਨਹੀਂ ਚੱਲ ਸਕਦੇ, ਆਪਣੇ ਸਿਧਾਂਤ ਤੇ ਰਹਿਣਾ, ਫਿਰ ਮੋਰਚਾ ਛੱਡ ਜਾਓ। ਸੋ ਇਸ ਕਰਕੇ ਫਿਰ ਉਹਨਾਂ ਨੇ ਮੰਨ ਲਿਆ ਕਿ ਮੇਰੇ ਤੋਂ ਗਲਤੀ ਹੋਈ ਆ, ਮੈਂ ਸਾਰਵਜਨਿਕ ਤੌਰ ਤੇ ਗਲਤੀ ਮੰਨਦਾ ਆਪਣੀ। ਤੇ ਫਿਰ ਉਹਨਾਂ ਨੂੰ ਜਿਹੜਾ, ਕਿਉਂਕਿ ਸਾਰੇ ਮੈਂ ਹੁਣ ਤੱਕ ਬਹੁਤ ਵਾਰੀ ਇਹ ਗੱਲ ਆਖੀ ਹੈ, ਕੋਈ ਇਸ ਸੰਯੁਕਤ ਮੋਰਚੇ ਦੇ ਵਿੱਚ ਆਪਣੇ ਆਪ ਨੂੰ ਲੀਡਰ ਬੜਾ ਨਾ ਸਮਝੇ ਜੀ, ਵੀ ਮੈਂ ਬੜਾ, ਕੋਈ ਨਹੀਂ ਇੱਦਾਂ ਦਾ। ਜੇ ਮੈਂ ਕਹਾਂ ਕੱਲ੍ਹ ਨੂੰ ਕਿ ਮੈਨੂੰ ਕੋਈ ਲੋਕ ਉੱਪਰ ਚੱਕ ਦੇਣਾ ਜੀ ਤਾਂ ਅਸੀਂ ਖਾਕ ਸੇਵਾ ਕਰ ਰਹੇ ਹਾਂ, ਵੀ ਉੱਚਾ ਚੱਕ ਦੇਣ, ਮੈਂ ਕਹਾਂ ਮੈਂ ਬੜਾ ਨਹੀਂ, ਸੰਯੁਕਤ ਮੋਰਚਾ ਵੱਡਾ ਹੈ ਤੇ ਸੰਯੁਕਤ ਮੋਰਚੇ ਦਾ ਫੈਸਲਾ ਵੱਡੇ ਤੋਂ ਵੱਡੇ ਲੀਡਰ ਨੂੰ ਮੰਨਣਾ ਪਏਗਾ। ਸੋ ਇਸ ਕਰਕੇ ਉਹ ਸੰਯੁਕਤ ਮੋਰਚੇ ਦਾ ਫੈਸਲਾ ਜੋਗਿੰਦਰ ਯਾਦਵ ਨੂੰ ਜਿਹੜਾ 1 ਮਹੀਨੇ ਲਈ ਸਸਪੈਂਡ ਕੀਤਾ ਗਿਆ। ਅੰਤਮ ਸਵਾਲ, ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੱਬਾਂ ਭਾਰ ਹੋਏ ਵੀ ਮੈਂ ਖੇਤੀ ਕਾਨੂੰਨ ਰੱਦ ਕਰਵਾ ਦੂੰਗਾ। ਜੇਕਰ ਕੈਪਟਨ ਅਮਰਿੰਦਰ ਸਿੰਘ ਮੋਹਰੇ ਹੋ ਕੇ ਖੇਤੀ ਕਾਨੂੰਨ ਰੱਦ ਕਰਵਾਉਂਦੇ, MSP ਦੇ ਉੱਤੇ ਕਾਨੂੰਨ ਬਣਵਾ ਦਿੰਦੇ ਆ, ਤਾਂ ਸੰਯੁਕਤ ਮੋਰਚਾ ਕੀ ਸਵਾਗਤ ਕਰੂਗਾ ਜਾਂ ਕੀ ਫੈਸਲਾ ਹੋਊਗਾ? ਦੇਖੋ ਉਹ ਮੈਂ ਕਹਾਂਗਾ ਵੀ ਹੂ ਇਜ਼ ਕੌਣ ਹੈ ਜੀ, ਉਹ ਹੂ ਇਜ਼ ਕੈਪਟਨ ਅਮਰਿੰਦਰ ਸਿੰਘ? ਕੌਣ ਹੈ ਕੈਪਟਨ ਅਮਰਿੰਦਰ ਸਿੰਘ? 1 ਸਾਲ ਤੋਂ ਕਿਸਾਨ ਅੰਦੋਲਨ 'ਚ ਹੈ, 700 ਕਿਸਾਨ ਸ਼ਹੀਦ ਹੋ ਗਿਆ। ਸਰਕਾਰ ਨੇ 11 ਵਾਰ ਮੀਟਿੰਗਾਂ ਕੀਤੀਆਂ, ਤੇ ਜੇ ਹੁਣ ਮੀਟਿੰਗ ਕਰਨੀ ਹੈ, ਜੇ ਸਰਕਾਰ ਦਾ ਕੋਈ ਮਨ ਬਣਿਆ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ ਵੀ ਮੈਂ ਕਰਾ ਦੂੰ, ਜੇ ਉਹਨੂੰ ਕੋਈ ਅੰਦਰੋਂ ਗੱਲ ਆਉਂਦੀ ਹੈ, ਤੇ ਜੇ ਸਰਕਾਰ ਦਾ ਕੋਈ ਮਾਈਂਡ ਬਣਿਆ ਹੈ ਵੀ ਗੱਲ ਨਿਬੇੜਨੀ ਹੈ, ਤਾਂ ਭਾਈ ਇਹ ਦੇਸ਼ ਦੇ ਕਿਸਾਨ ਨੇ, ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨੀ, ਤੇ ਰਾਜਨੀਤੀ ਕਿਉਂ ਕਰਦੇ ਨੇ? ਇਹ ਜਿਹੜੀ ਬੀਜੇਪੀ ਦੀ ਰਾਜਨੀਤੀ ਵਾਲੀ ਸੱਤਾ ਹੈ, ਇਹੀ ਤਾਂ ਦੇਸ਼ 'ਚੋਂ ਖਤਮ ਕਰਨੀ ਹੈ। ਇਹਨਾਂ ਨੇ ਹਰ ਕੰਮ ਦੇ ਵਿੱਚ ਲੋਕਾਂ ਦੀਆਂ ਸ਼ਹਾਦਤਾਂ ਤੇ ਲੋਕਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਸੱਤਾ ਵੱਲ ਨੂੰ ਪੈਰ ਵਧਾਉਂਦੇ ਨੇ। ਸੋ ਇਹਨਾਂ ਨੂੰ ਇਹ ਬਿਲਕੁਲ ਜਿਹੜੀ ਅਸੀਂ ਇਹ ਨਹੀਂ ਗਵਾਰਾ ਹੋਊਗਾ। ਇਹ ਸਿੱਧੀ ਗੱਲ ਕਰਨ ਕਿਸਾਨਾਂ ਨਾਲ, ਕਿਸਾਨਾਂ ਨੇ ਇਹਦੇ ਵਿੱਚ ਵੱਡਾ ਘਾਟਾ ਖਾਧਾ, ਕਿਸਾਨਾਂ ਦੇ ਵੱਡਾ ਯੋਗਦਾਨ ਹੈ, ਸ਼ਹਾਦਤਾਂ ਦਿੱਤੀਆਂ ਨੇ, ਕਿਸਾਨ ਬੈਠੇ ਨੇ 1.5 ਸਾਲ ਤੋਂ, ਤੇ ਫਿਰ ਕੌਣ ਕੈਪਟਨ? ਫਿਰ ਸਿੱਧੀ ਗੱਲ ਇੱਕ ਹੈ, ਜੇ ਬੀਜੇਪੀ ਗੱਲ ਕੋਈ ਨਿਬੇੜਨਾ ਚਾਹੁੰਦੀ ਹੈ, ਕਿਸਾਨਾਂ ਨੂੰ ਦੇਵੇ ਸੱਦਾ, ਬੁਲਾਵੇ ਔਰ ਗੱਲ ਨਿਬੇੜੇ।
ਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਹ ਸਨ ਮਨਜੀਤ ਸਿੰਘ ਰਾਏ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ। ਉਹਨਾਂ ਨੇ ਕਿਹਾ ਆ ਕਿ ਸਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ, ਕੈਪਟਨ ਕੌਣ ਹੁੰਦਾ ਆ ਕਿਸਾਨੀ ਮਸਲਿਆਂ ਦਾ ਹੱਲ ਕਰਾ ਕੇ ਦੇਣ ਵਾਲਾ। ਜੇ ਸਰਕਾਰ ਨੇ ਅੱਗੇ 12 ਦੌਰ ਦੀ ਗੱਲ ਕੀਤੀ ਆ ਤੇ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਜਦੋਂ ਮਰਜ਼ੀ ਉਹ ਕਿਸਾਨਾਂ ਦੇ ਨਾਲ ਗੱਲ ਕਰ ਸਕਦੇ ਨੇ। ਜੋਗਿੰਦਰ ਯਾਦਵ ਤੇ ਜਿਹੜੀ ਕਾਰਵਾਈ ਸੰਯੁਕਤ ਮੋਰਚੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਉਸ ਨੂੰ ਵਾਜਬ ਮੰਨਿਆ। ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਲਾਹੁਣ ਲਈ, ਗੱਦੀ ਖਾਲੀ ਕਰਾਉਣ ਲਈ ਸੰਯੁਕਤ ਮੋਰਚਾ ਕੀ ਕਾਲ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਗੁਰਨਾਮ ਸਿੰਘ ਵਿਲਗਾ, ਕੀਰਤਪੁਰ ਸਾਹਿਬ ਤੋਂ।